ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਨੂਰ ਅਰਸੋਂ ਕੁਰਸੋਂ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋ। ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ। ਸ੍ਰੀ ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ ਸੋਏ। ਪੁਰਕੇਸ਼ਰ ਕੀ ਦ੍ਰਿੜ ਜਰਾਂ ਹਮ ਦੇਹ ਉਖਾਰੀ। ਗੁਰ ਸਿੱਖ ਸ਼ੀਨੈ ਧਰਾ ਕੋ ਹੋਇ ਦਲ ਬਲ ਭਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ। ਇਸ ਵੇਲੇ ਆਪਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਇਤਿਹਾਸ ਦੀ ਕਥਾ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਇਕੱਤਰਤ ਹੋਏ ਹਾਂ। ਸਤਿਗੁਰੂ ਕਿਰਪਾ ਕਰਨਾ। ਕੁਝ ਸਮੇਂ ਵਾਸਤੇ ਆਓ ਮਨ ਦਾ ਧਿਆਨ ਟਿਕਾ ਕੇ ਇਤਿਹਾਸ ਸਰਵਣ ਕਰੀਏ। ਕੁਝ ਮਸੰਦ ਜਿਹੜੇ ਨੇ ਮਾਤਾ ਗੁਜਰੀ ਜੀਆਂ ਨੂੰ ਆ ਕੇ ਕਹਿਣ ਲੱਗੇ ਕਿ ਗੁਰੂ ਪਾਤਸ਼ਾਹ ਨੇ ਪਹਾੜੀ ਰਾਜਿਆਂ ਨਾਲ ਵੈਰ ਪਾ ਕੇ ਠੀਕ ਨਹੀਂ ਕੀਤਾ। ਅਨੰਦਪੁਰ ਸਾਹਿਬ ਦੇ ਵਿੱਚ ਰਹਿਣਾ ਵਸਣਾ ਔਖਾ ਹੋ ਜਾਏਗਾ। ਇਹ ਬਚਨ ਸੁਣ ਕੇ ਮਾਤਾ ਗੁਜਰੀ ਸਾਹਿਬ ਜੀ ਉਸ ਵੇਲੇ ਚੱਲ ਕੇ ਆਏ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਸਨ। ਆ ਕੇ ਬਚਨ ਕਰਦੇ ਕਹਿਣ ਲੱਗੇ, ਪੁੱਤਰ ਸਤਿਗੁਰੂ ਜੀ, ਤੁਹਾਡੇ ਦਾਦਾ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਸ਼ਾਹ ਜਹਾਨ ਬਾਦਸ਼ਾਹ ਨਾਲ ਵੈਰ ਕੀਤਾ। ਜੰਗ ਕੀਤੇ ਇੱਕ ਵਿਅਕਤੀ ਨੂੰ ਆਪਣਾ ਵੈਰੀ ਬਣਾਇਆ, ਬਾਕੀਆਂ ਨਾਲ ਸਾਂਝ ਮਿੱਤਰਤਾ ਰਹੀ ਹੈ। ਅਤੇ ਤੁਸੀਂ ਤਾਂ ਸਾਰੇ ਰਾਜਿਆਂ ਨਾਲ ਵੈਰ ਪਾ ਕੇ ਛੋਟਿਆਂ ਨਾਲ ਵੀ ਵੈਰ ਪਾ ਲਿਆ, ਵੱਡਿਆਂ ਨਾਲ ਵੀ ਪੈ ਜਾਣਾ। ਫਿਰ ਆਪਣਾ ਸਮਾਂ ਕਿਵੇਂ ਬਤੀਤ ਹੋਵੇਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੁਣ ਕੇ ਕਹਿਣ ਲੱਗੇ, ਮਾਤਾ ਜੀ, ਸੋ ਇਹਨਾਂ ਦੀ ਕਰਨੀ ਦਾ ਜਿਹੜਾ ਦੰਡ ਹੈ, ਜਿਹੜਾ ਫਲ ਹੈ, ਉਹ ਭੁਗਤਾਉਣ ਵਾਸਤੇ ਅਸੀਂ ਅਵਤਾਰ ਧਾਰੇ ਹਾਂ। ਤੁਸੀਂ ਚਿੰਤਾ ਨਾ ਕਰੋ, ਅਸੀਂ ਸਭ ਕੁਝ ਆਪੇ ਸਾਂਭ ਲੈਣਾ। ਇਤਿਹਾਸ ਬਚਨ ਆਪਾਂ ਪਿੱਛੇ ਸਰਵਣ ਕੀਤੇ। ਜਿਵੇਂ ਅੱਗੇ ਮਹਾਰਾਜ ਕਿਰਪਾ ਕਰਦੇ, ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਰਕੇਸ਼ਰ ਕੀ ਦ੍ਰਿੜ ਜਰਾਂ ਹਮ ਦੇਹ ਉਖਾਰੀ। ਸਤਿਗੁਰੂ ਬਚਨ ਕਰ ਰਹੇ, ਕਹਿਣ ਲੱਗੇ, ਔਰੰਗਜ਼ੇਬ ਦੀਆਂ ਜਿਹੜੀਆਂ ਮਜ਼ਬੂਤ ਜੜ੍ਹਾਂ ਨੇ ਨਾ, ਮਜ਼ਬੂਤ ਰਾਜ ਹੈ, ਇਹ ਸਾਰਾ ਅਸੀਂ ਉਖਾੜ ਦਿਆਂਗੇ, ਪੱਟ ਦਿਆਂਗੇ। ਐਸੀਆਂ ਜੜ੍ਹਾਂ ਪੱਟਾਂਗੇ ਵੀ ਬਾਅਦ ਵਿੱਚ ਲੱਗਣਗੀਆਂ ਨਹੀਂ। ਖਾਰੇ ਸਮੁੰਦਰ ਵਿੱਚ ਪੱਟ ਕੇ ਸੁੱਟਾਂਗੇ ਇਹਨਾਂ ਦੀਆਂ ਰਾਜ ਦੀਆਂ ਜੜ੍ਹਾਂ। ਮਾਤਾ ਜੀ ਚਿੰਤਾ ਨਾ ਕਰੋ, ਤੁਸੀਂ ਰਾਜਿਆਂ ਦੀ ਜਾਂ ਔਰੰਗਜ਼ੇਬ ਦੀ ਫਿਕਰ ਨਾ ਕਰੋ। ਸਾਨੂੰ ਅਕਾਲ ਪੁਰਖ ਦਾ ਹੁਕਮ ਹੈ, ਦੇਖਣ ਆਇਓ ਜਗਤ ਤਮਾਸ਼ਾ। ਇਹ ਅਸੀਂ ਵੇਖਦੇ ਪਏ ਕੌਤਕ। ਜਿਸ ਔਰੰਗਜ਼ੇਬ ਦੀ ਤਾਕਤ ਦੀ ਤੁਸੀਂ ਗੱਲ ਕਰਦੇ ਹੋ, ਉਹ ਔਰੰਗਜ਼ੇਬ ਦੀ ਤਾਕਤ ਸਮੇਤ ਰਾਜ ਦੇ ਪੱਟ ਕੇ ਅਸੀਂ ਸੁੱਟ ਦੇਣੀ ਹੈ। ਗੁਰਸਿੱਖ ਸ਼ੀਨੈ ਧਰਾ ਕੋ ਹੋਵੇ ਦਲ ਬਲ ਭਾਰੀ। ਸਾਡੇ ਸਿੱਖ ਆਉਣ ਵਾਲੇ ਸਮੇਂ ਵਿੱਚ ਇਹਨਾਂ ਕੋਲੋਂ ਧਰਤੀ ਖੋਹ ਲੈਣਗੇ। ਜਿਸ ਧਰਤੀ ਦਾ ਮਾਲੀਆ ਅੱਜ ਅਸੀਂ ਭਰਦੇ ਹਾਂ, ਇਸ ਧਰਤੀ ਦੇ ਸਾਡਾ ਸਿੱਖ, ਸਾਡਾ ਖਾਲਸਾ ਮਾਲਕ ਹੋਵੇਗਾ।
ਅਤੇ ਸਾਡਾ ਖਾਲਸਾ ਇਸ ਧਰਤੀ ਦਾ ਰਾਜ ਕਰੇਗਾ। ਐਸੀ ਤਾਕਤਵਰ ਫੌਜ ਅਸੀਂ ਪੈਦਾ ਕਰਨੀ ਹੈ। ਭੀਮ ਚੰਦ ਮਾਨੀ ਮਹਿਦ ਨਿਜ ਤੇਜ ਜਨਾਵੈ। ਇਹ ਜਿਹੜਾ ਭੀਮ ਚੰਦ ਰਾਜਾ ਹੈ ਇਹ ਬੜਾ ਵੱਡਾ ਹੰਕਾਰੀ ਹੈ। ਇਹਨੂੰ ਆਪਣੀ ਤਾਕਤ ਦਾ ਹੰਕਾਰ ਹੈ ਤੇ ਹੰਕਾਰੀਆਂ ਦਾ ਹੰਕਾਰ ਤੋੜਨ ਵਾਸਤੇ ਸਾਡੇ ਖਾਲਸੇ ਨੂੰ ਅਸੀਂ ਪੈਦਾ ਕਰਨਾ ਹੈ। ਜਿਉ ਚਹਿਤ ਛਲ ਕਰ ਦੁਰਦ ਹਮ ਕੋ ਡਰ ਪਾਵੇ। ਸਤਿਗੁਰੂ ਕਹਿ ਰਹੇ ਨੇ ਇਹ ਸਾਡੇ ਕੋਲੋਂ ਹਾਥੀ ਵੀ ਲੈਣਾ ਚਾਹੁੰਦਾ ਔਰ ਲੈਣਾ ਵੀ ਛਲ ਦੇ ਨਾਲ ਚਾਹੁੰਦਾ, ਧੋਖੇ ਦੇ ਨਾਲ। ਜੇ ਹਾਥੀ ਲੈਣਾ ਜਾਂ ਤੇ ਨਿਸ਼ਕਪਟ ਹੋ ਕੇ ਮਨ ਵਿੱਚੋਂ ਮੈਲ ਗਵਾ ਕੇ ਤੇ ਨਿਮਰਤਾ ਦੇ ਨਾਲ ਮੰਗਦਾ ਹਾਥੀ ਮਿਲ ਜਾਂਦਾ, ਤੇ ਜਾਂ ਫਿਰ ਸਿੱਧੀ ਫੌਜ ਲੈ ਕੇ ਆਉਂਦਾ ਸਾਡੇ ਨਾਲ ਜੰਗ ਕਰਦਾ ਤੇ ਹਾਥੀ ਖੋਹ ਕੇ ਲੈ ਜਾਂਦਾ। ਦੋਵੇਂ ਗੱਲਾਂ ਬਣਦੀਆਂ ਸਨ, ਪਰ ਇਹ ਤੇ ਕਰਦਾ ਪਿਆ ਕਪਟ ਛਲ। ਨਾ ਜੰਗ ਕਰਨ ਜੋਗਾ ਨਾ ਸਿੱਖ ਬਣਨ ਜੋਗਾ ਹੈ, ਛਲ ਕਰਕੇ ਹਾਥੀ ਲੈਣਾ ਚਾਹੁੰਦਾ। ਤੇ ਮਹਾਰਾਜ ਕਹਿਣ ਲੱਗੇ ਜੇ ਗੁਰੂ ਛਲਿਆ ਗਿਆ ਤੇ ਫਿਰ ਗੁਰੂ ਕਾਹਦਾ ਹੋਇਆ। ਇਸ ਕਰਕੇ ਅਸੀਂ ਛਲੇ ਨਹੀਂ ਜਾਵਾਂਗੇ ਤੇ ਨਾ ਹੀ ਇਹਦੇ ਕੋਲੋਂ ਡਰਾਂਗੇ। ਹਾਥੀ ਤਾਂ ਕਰਕੇ ਅਸੀਂ ਦਿੱਤਾ ਨਹੀਂ ਹੈ। ਕਰੋ ਜੰਗ ਤਿਸ ਸੰਗ ਅਸ ਪਿਖ ਜਾਏ ਪਲਾਈ। ਪਾਤਸ਼ਾਹ ਕਹਿਣ ਲੱਗੇ ਇਹੋ ਜਿਹਾ ਭਿਆਨਕ ਜੰਗ ਕਰਾਂਗੇ ਜਿਹੜਾ ਭੀਮ ਚੰਦ ਅੱਜ ਇਹ ਗੱਲ ਕਹਿੰਦਾ ਨਾ ਵੀ ਮੈਂ ਬੜਾ ਵੱਡਾ ਤੇ ਵੱਡੀ ਫੌਜ ਤਾਕਤ ਵਾਲਾ। ਦੁਨੀਆ ਦੇ ਲੋਕ ਜੰਗ ਮੈਦਾਨ ਦੇ ਵਿੱਚੋਂ ਭੀਮ ਚੰਦ ਨੂੰ ਭੱਜਦਾ ਵੇਖਣਗੇ। ਇਹ ਸਿਰ ਤੇ ਪੈਰ ਰੱਖ ਰੱਖ ਕੇ ਭੱਜੇਗਾ ਜੰਗ ਮੈਦਾਨ ਦੇ ਵਿੱਚੋਂ ਜਦੋਂ ਸਾਡੇ ਨਾਲ ਸਾਹਮਣਾ ਹੋਇਆ। ਦੁਨੀਆ ਦੇ ਸਾਹਮਣੇ ਅਸੀਂ ਵਿਖਾਉਣਾ ਚਾਹੁੰਦੇ ਹਾਂ ਵੀ ਮਾਨੀ ਦਾ ਹੰਕਾਰ ਟੁੱਟਾ ਤੇ ਭੱਜ ਕੇ ਜਾਨ ਬਚਾਉਂਦਾ। ਇਹ ਜੰਗ ਵਿੱਚੋਂ ਭੱਜਦਾ ਹੋਇਆ ਵੇਖਿਆ ਜਾਏਗਾ। ਨਤ ਰਾਖਾਂ ਰਣ ਖੇਤ ਮਹਿ ਜਮ ਧਾਮ ਤੇ ਪਠਾਈ। ਸਤਿਗੁਰੂ ਦੂਜਾ ਬਚਨ ਕਰਦੇ ਕਹਿਣ ਲੱਗੇ ਜੇ ਭੀਮ ਚੰਦ ਬਣ ਗਿਆ ਸੂਰਮਾ ਤੇ ਨਾ ਭੱਜਾ ਜੰਗ ਮੈਦਾਨ ਵਿੱਚੋਂ ਤੇ ਫਿਰ ਮਹਾਰਾਜ ਕਹਿੰਦੇ ਮੈਦਾਨ ਵਿੱਚ ਹੀ ਰੱਖ ਲੈਣਾ, ਫਿਰ ਜਾਨ ਨਹੀਂ ਦੇਣਾ, ਜਮਾਂ ਦੇ ਲੋਕ ਭੇਜ ਦਿਆਂਗੇ। ਜੇ ਤੇ ਡਰਪੋਕ ਹੋ ਗਿਆ, ਕਾਇਰ ਹੋ ਗਿਆ ਤੇ ਫਿਰ ਤੇ ਜਾਵੇਗਾ ਭੱਜਾ ਜਾਂਦਾ, ਦੁਨੀਆ ਵੇਖੇਗੀ। ਐਡਾ ਵੱਡਾ ਰਾਜਾ ਜਿਹਨੂੰ ਮਾਣ ਤੇ ਹੰਕਾਰ, ਜਾਨ ਬਚਾਉਣ ਵਾਸਤੇ ਭੱਜਦਾ ਪਿਆ। ਤੇ ਜੇ ਕਿਤੇ ਸੂਰਮਤਾਈ ਉਹਦੇ ਵਿੱਚ ਜਾਗ ਪਈ, ਵੈਸੇ ਇਹੋ ਜਿਹੇ ਬੰਦਿਆਂ 'ਚ ਕਾਇਰਾਂ ਦੇ ਵਿੱਚ ਕਦੇ ਸੂਰਮਤਾਈ ਨਹੀਂ ਜਾਗਦੀ ਹੁੰਦੀ, ਪਰ ਜੇ ਹੋ ਸਕਦਾ ਵੀ ਕਿਤੇ ਕੋਈ ਕਿਸੇ ਵੱਡੇ ਵਡੇਰੇ ਦਾ ਕੋਈ ਇਹਨੂੰ ਤਾਨਾ ਮਿਹਣਾ ਚੇਤੇ ਆ ਹੀ ਜਾਵੇ ਤੇ ਜੇ ਸੂਰਮਿਆਂ ਵਾਂਗੂ ਲੜਿਆ ਤੇ ਫਿਰ ਮਹਾਰਾਜ ਕਹਿੰਦੇ ਮੈਦਾਨ ਵਿੱਚੋਂ ਜਾਣ ਵੀ ਨਹੀਂ ਦੇਵਾਂਗੇ, ਉੱਥੇ ਹੀ ਇਸ ਨੂੰ ਰੱਖ ਲਵਾਂਗੇ, ਜਮਾਂ ਦੇ ਪੂਰੀ ਭੇਜ ਦਿਆਂਗੇ। ਐਸਾ ਪ੍ਰਬੰਧ ਅਸੀਂ ਕੀਤਾ ਹੈ। ਹਮ ਛਤਰੀ ਡਰਨਾ ਕਰਹਿ ਜੋ ਗਰਵ ਜਨਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਛਤਰੀ ਹਾਂ। ਛਤਰੀ ਤੋਂ ਭਾਵ ਹੁੰਦਾ ਸ਼ਾਸਤਰਧਾਰੀ। ਤੇ ਮਹਾਰਾਜ ਨੇ ਆਪਣੀ ਬਾਣੀ ਵਿੱਚ ਵੀ ਲਿਖਿਆ, ਕਹਿਣ ਲੱਗੇ ਛਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਾਹਿ। ਇਹ 10ਵੇਂ ਪਾਤਸ਼ਾਹ ਦੀ ਬਾਣੀ ਦਾ ਬਚਨ ਹੈ। ਕਹਿਣ ਲੱਗੇ ਸ਼ਾਸਤਰਧਾਰੀ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਅਸੀਂ ਪੁੱਤਰ ਹਾਂ ਤੇ ਫਿਰ ਜੰਗ ਵਿੱਚੋਂ ਡਰੀਏ ਕਿਵੇਂ? ਨਹੀਂ ਨਾ ਗੱਲ ਬਣਦੀ, ਡਰਨ ਵਾਲੀ ਗੱਲ ਬਣਦੀ ਨਹੀਂ ਹੈ। ਛਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਾਹਿ। ਮੈਂ ਕਿਸੇ ਬ੍ਰਾਹਮਣ ਦਾ ਪੁੱਤਰ ਥੋੜ੍ਹੀ ਆ ਵੀ ਨੰਗੀ ਕਰਦ ਵੇਖਾਂਗਾ ਤੇ ਡਰ ਜਾਵਾਂਗਾ ਵੀ ਹਾਏ ਕੀ ਹੋ ਗਿਆ। ਨਹੀਂ, ਇਹ ਤੇ ਆਮਣੇ ਸਾਹਮਣੇ ਦੀ ਮਾਰ ਹੈ। ਡਰਨਾ ਡਰਾਉਣਾ ਤੇ ਸਾਡੇ ਕੋਲ ਹੈ ਨਹੀਂ। ਐਸਾ ਜੰਗ ਕਰਾਂਗੇ, ਛਤਰੀ ਧਰਮ ਨੂੰ ਰੱਖ ਕੇ ਵਿਖਾ ਦੇਵਾਂਗੇ। ਸਨਮੁਖ ਲੋਹਾ ਅਸ ਕਰਹਿ ਫਿਰ ਮੁਖ ਨਾ ਤੇ ਦਿਖਾਵੇ। ਪਾਤਸ਼ਾਹ ਕਹਿੰਦੇ ਜੰਗ ਵੀ ਇਹੋ ਜਿਹਾ ਕਰਾਂਗੇ ਭੀਮ ਚੰਦ ਦੇ ਨਾਲ, ਇਹੋ ਜਿਹਾ ਸਾਹਮਣੇ ਤੋਂ ਲੋਹੇ ਦੀ ਮਾਰ ਮਾਰਾਂਗੇ ਵੀ ਦੁਬਾਰਾ ਹਿੰਮਤ ਨਹੀਂ ਕਰੇਗਾ ਜੰਗ ਵੱਲ ਮੂੰਹ ਕਰਨ ਦਾ। ਇਹੋ ਜੀ ਇਹਦੇ ਉੱਪਰ ਜੰਗ ਦੀ ਭਿਆਨਕ ਬਿਪਤਾ ਪਾ ਦਿਆਂਗੇ। ਇਹੋ ਜੀ ਬਹਾਦਰੀ ਸਾਡਾ ਖਾਲਸਾ ਤੇ ਅਸੀਂ ਵਿਖਾਵਾਂਗੇ। ਭੀਮ ਚੰਦ ਤੇ ਰਾਤ ਨੂੰ ਸੁਪਨੇ ਵਿੱਚ ਸੁੱਤਾ ਹੋਇਆ ਵੀ ਡਰੇ ਕਰੇਗਾ ਸਾਡਾ ਨਾਮ ਸੁਣ ਕੇ, ਤੇ ਕਦੇ ਜੰਗ ਵੱਲ ਮੂੰਹ ਕਰਨ ਦਾ ਹੀਆ ਨਹੀਂ ਇਹਦਾ ਪਵੇਗਾ। ਮਾਤਾ ਜੀ ਘਬਰਾਓ ਨਹੀਂ, ਐਸਾ ਜੰਗ ਇਹਦੇ ਨਾਲ ਅਸੀਂ ਕਰਨਾ ਹੈ। ਤੋਰੇ ਅਰ ਬਹੁਤੇਨ ਕੋ ਇੱਕ ਪੁਰਖ ਕਾਲਮ। ਤੇ ਮਹਾਰਾਜ ਨੇ ਜਦੋਂ ਮਾਤਾ ਨੇ ਆਖਿਆ ਨਾ ਪੁੱਤਰ ਆਪਣੀ ਫੌਜ ਥੋੜ੍ਹੀ ਤੇ ਭੀਮ ਚੰਦ ਦੀ ਵੱਡੀ ਫੌਜ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਵੇਂ ਥੋੜ੍ਹੇ ਹੋਈਏ ਤੇ ਭਾਵੇਂ ਬਹੁਤੇ ਹੋਈਏ, ਓਟ ਅਕਾਲ ਪੁਰਖ ਤੇ ਰੱਖੀ ਦੀ ਹੈ। ਸਾਡੀ ਸਤਿਗੁਰਾਂ ਦੀ ਬਾਣੀ ਦਾ ਬਚਨ ਹੈ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਕੀੜੇ ਦੇ ਵਾਂਗ ਜਿਹੜਾ ਬਿਲਕੁਲ ਕਮਜ਼ੋਰ ਹੈ ਨਾ, ਜੇ ਪ੍ਰਮਾਤਮਾ ਉਹਨੂੰ ਤਾਕਤ ਦੇ ਦੇਵੇ ਤੇ ਇੱਕ ਕਮਜ਼ੋਰ ਆਦਮੀ ਬਾਦਸ਼ਾਹੀ ਖੜੀ ਕਰ ਦਿੰਦਾ ਹੈ, ਵੱਡੀਆਂ ਵੱਡੀਆਂ ਫੌਜਾਂ ਗਰਕ ਕਰ ਦਿੰਦਾ। ਸਾਡੇ ਕੋਲ ਤੇ ਇਹੋ ਜਿਹੇ ਕਈ ਕੀੜੇ ਨੇ। ਭਾਵੇਂ ਸਾਡੇ ਸਿੱਖਾਂ ਨੂੰ ਕਮਜ਼ੋਰ ਆਖਿਆ ਜਾਂਦਾ ਹੈ, ਮਾੜੇ ਆਖਿਆ ਜਾਂਦਾ, ਪਰ ਇਹੋ ਜਿਹੀ ਤਾਕਤ ਇਹਦਾ ਵਿੱਚ ਭਰਾਂਗੇ
ਇਹੋ ਜਿਹੀ ਬਹਾਦਰੀ ਭਰਾਂਗੇ, ਸੂਰਮਤਾਈ ਭਰਾਂਗੇ, ਇਹੋ ਜਿਹਾ ਹੌਸਲਾ ਬਖਸ਼ਿਸ਼ ਕਰਾਂਗੇ, ਰਾਜ ਦੇ ਭਾਗ ਦੇ ਮਾਲਕ ਬਣਾ ਦਿਆਂਗੇ। ਮਾਤਾ ਜੀ ਇੱਥੇ ਜੰਗ ਦੇ ਵਿੱਚ ਬਹੁਤਿਆਂ ਦੀ ਗਿਣਤੀ ਨਹੀਂ ਹੁੰਦੀ ਵੀ ਕਿਹਦੇ ਕੋਲ ਕਿੰਨੇ ਨੇ। ਇੱਥੇ ਤੇ ਦਾ ਲੱਗਣ ਦੀ ਗੱਲ ਹੈ ਵੀ ਕਿਹਦਾ ਲੱਗਦਾ। ਜਿਹਦਾ ਦਾ ਲੱਗ ਗਿਆ ਨਾ ਉਹ ਫਿਰ ਬਹੁਤਿਆਂ ਥੋੜਿਆਂ ਦੀ ਗਿਣਤੀ ਨਹੀਂ ਕਰਦਾ। ਲਖਪਤ ਰਾਏ ਤੇ ਜਸਪਤ ਰਾਏ, ਦੋ ਹਿੰਦੂ ਭਰਾ ਤੇ ਮੁਗਲਾਂ ਦੀ ਫੌਜ ਦੇ ਸੈਨਾਪਤੀ, ਤੇ ਬਿਨਾਂ ਗੱਲ ਤੋਂ ਨਾ ਖਾਲਸੇ ਨਾਲ ਵੈਰ ਕਰਨ ਲੱਗ ਪਏ। ਮਾੜਾ ਬੋਲਣਾ, ਗਾਲਾਂ ਦੇਣੀਆਂ, ਬਹੁਤਾ ਮਾੜਾ ਬੋਲਣਾ, ਤੇ ਇਹੋ ਜਿਹੇ ਬਚਨ ਕਰਨੇ, ਆਖਣਾ ਸਿੱਖਾਂ ਦੇ ਕੇਸਾਂ ਦੇ ਰੱਸੇ ਬਣਾ ਕੇ ਤੇ ਪਸ਼ੂਆਂ ਨੂੰ ਬੰਨਾਂਗੇ, ਘੋੜਿਆਂ ਨੂੰ ਬੰਨਾਂਗੇ। ਤੇ ਮਨ ਵਿੱਚ ਮਾਣ ਸੀ ਵੀ ਅਸੀਂ ਰਾਜੇ ਦੇ ਖਾਸ ਵਜ਼ੀਰ ਹਾਂ, ਸਾਡੇ ਕੋਲ ਵੱਡੀ ਫੌਜ ਹੈ, ਵੱਡੀ ਫੌਜ ਵਿੱਚ ਸਾਡਾ ਕੀ ਕੋਈ ਵਿਗਾੜ ਸਕਦਾ। ਤੇ ਜਦੋਂ ਖਾਲਸੇ ਨਾਲ ਸਾਹਮਣਾ ਹੋਇਆ ਨਾ ਲਖਪਤ ਰਾਏ ਤੇ ਜਸਪਤ ਰਾਏ, ਜਿਹੜੇ ਆਪਣੇ ਆਪ ਨੂੰ ਬੜੇ ਬਹਾਦਰ ਤੇ ਵੱਡੀ ਫੌਜ ਦੇ ਜਰਨੈਲ ਸਮਝਦੇ, ਹਾਥੀ ਤੇ ਬੈਠਾ ਹੋਇਆ, ਫੌਜ ਦੀ ਕਮਾਂਡ ਕਰਦਾ ਪਿਆ, ਫੌਜ ਨੂੰ ਲੜਾਉਂਦਾ ਪਿਆ ਵੀ ਇਸ ਤਰ੍ਹਾਂ ਜੰਗ ਕਰੋ, ਆਪ ਵੀ ਜੰਗ ਕਰਦਾ ਪਿਆ। ਗੁਰੂ ਕਾ ਖਾਲਸਾ ਥੋੜ੍ਹਾ ਹੈ ਤੇ ਗਿਣਤੀ ਇਹਨਾਂ ਦੀ ਜ਼ਿਆਦਾ, ਟਿੱਡੀ ਦਲ ਦੀ ਗਿਣਤੀ ਜ਼ਿਆਦਾ, ਤੇ ਮਾਣ ਸੀ ਵੀ ਸਾਡਾ ਕੀ ਕਿਸੇ ਵਿਗਾੜ ਲੈਣਾ। ਇੱਕ ਗੁਰੂ ਕਾ ਸਿੱਖ ਬੜਾ ਬਹਾਦਰ ਤੇ ਬੜਾ ਦਲੇਰ, ਉਹਨੇ ਇਹੋ ਜਿਹੀ ਝਪਟ ਮਾਰੀ, ਇਹੋ ਜਿਹੀ ਛਾਲ ਮਾਰੀ ਵੀ ਛਾਲ ਮਾਰ ਕੇ ਹਾਥੀ ਦੇ ਉੱਪਰ ਹੀ ਚੜ੍ਹ ਗਿਆ ਜਿੱਥੇ ਬੈਠਾ ਫੌਜ ਨੂੰ ਲੜਾਉਂਦਾ ਪਿਆ ਸੀ ਨਾ। ਫੌਜ ਦੇ ਕਮਾਂਡਰ ਨੂੰ ਆਪਣਾ ਆਪ ਸਾਹਮਣਾ ਨਹੀਂ ਮਿਲਿਆ, ਤੇਗ ਦਾ ਇਹੋ ਜਿਹਾ ਵਾਰ ਕੀਤਾ, ਸਿਰ ਵੱਖਰਾ ਹੋ ਗਿਆ, ਧੜ ਵੱਖਰਾ ਹੋ ਗਿਆ। ਧੜ ਕੱਲਾ ਨੱਚਦਾ ਪਿਆ, ਕੱਲਾ ਧੜ ਤੜਫਦਾ ਪਿਆ ਹਾਥੀ ਦੇ ਉੱਪਰ, ਤੇ ਸਿਰ ਥੱਲੇ ਕੱਦੂ ਦੇ ਵਾਂਗ ਰੁੜਿਆ ਫਿਰਦਾ। ਆਪਣੇ ਜਰਨੈਲ ਨੂੰ ਮਰਿਆ ਵੇਖ ਕੇ ਫੌਜ ਤਿੱਤਰ ਹੋ ਗਈ, ਭੱਜ ਗਿਆ, ਲੱਭਾ ਕੋਈ ਨਹੀਂ ਜੰਗ ਮੈਦਾਨ ਵਿੱਚ। ਗੁਰਮੁਖੋ ਗੱਲ ਤੇ ਦਾ ਲੱਗਣ ਦੀ ਹੈ, ਤੇ ਦਾ ਬਹਾਦਰੀ ਦੇ ਨਾਲ ਲੱਗਦੇ ਨੇ, ਦਲੇਰੀ ਨਾਲ ਲੱਗਦੇ। ਘਰੇ ਵਿਹੜੇ ਵਿੱਚ ਬੈਠਿਆਂ, ਚੌਂਕੇ ਵਿੱਚ ਬੈਠਿਆਂ ਜੰਗ ਨਹੀਂ ਜਿੱਤੇ ਜਾਂਦੇ। ਮਹਾਰਾਜ ਕਹਿੰਦੇ ਮਾਤਾ ਜੀ ਇੱਥੇ ਥੋੜਿਆਂ ਬਹੁਤਿਆਂ ਦੀ ਗਿਣਤੀ ਨਹੀਂ, ਗੱਲ ਬਹਾਦਰੀ ਦੀ ਹੈ, ਤੇ ਬਹਾਦਰੀ ਸਾਡੇ ਖਾਲਸੇ ਵਿੱਚ ਤੇ ਸਾਡੇ ਵਿੱਚ ਬੜੀ ਹੈ। ਤੇ ਜੰਗ ਦਾ ਸਮਾਂ ਹੀ ਦੱਸੇਗਾ ਵੀ ਕੀ ਬਣਦਾ ਹੈ। ਸਾਨੂੰ ਅਕਾਲ ਪੁਰਖ ਤੇ ਭਰੋਸਾ ਹੈ, ਉਹਦੇ ਭਰੋਸੇ ਨਾਲ ਅਸੀਂ ਇਹ ਕਾਰਜ ਕਰਨੇ ਹਨ। ਜਿਸ ਕੀ ਆਇਸ ਪਾਏ ਹਮ ਧਰ ਜਨਮ ਦਿਖਾ ਲਊ। ਅਸੀਂ ਜਿਸ ਪਰਮਾਤਮਾ ਦੀ ਆਗਿਆ ਨਾਲ ਜਨਮ ਲੈ ਕੇ ਆਏ ਹਾਂ ਨਾ, ਉਸੇ ਦਾ ਸਾਨੂੰ ਭਰੋਸਾ। ਜਿਹਨੇ ਸਾਨੂੰ ਧਰਤੀ 'ਤੇ ਭੇਜਿਆ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰ ਚੁਰ ਕਰਬੇ ਕੋ ਸਾਜਾ। ਜਿਨ੍ਹਾਂ ਨੇ ਸਾਨੂੰ ਆਪਣਾ ਪੁੱਤਰ ਬਣਾ ਕੇ ਭੇਜਿਆ, ਬਾਪ ਤੇ ਅਸੀਂ ਉਹਨੂੰ ਹੀ ਮੰਨਦੇ ਹਾਂ, ਅਕਾਲ ਪੁਰਖ ਨੂੰ, ਤੇ ਉਹਦੇ ਹੁਕਮ ਦੇ ਵਿੱਚ ਫਿਰ ਸਾਡਾ ਕੋਈ ਵਾਲ ਨਹੀਂ ਜੇ ਵਿੰਗਾ ਕਰ ਸਕਦਾ। ਇਹ ਸਾਡੇ ਮਨ ਵਿੱਚ ਭਰੋਸਾ ਹੈ। ਤੇ ਸਾਡਾ ਜਨਮ ਵੀ ਇਸੇ ਵਾਸਤੇ ਹੀ ਹੋਇਆ, ਅਸੀਂ ਜੰਗ ਕਰਨ ਵਾਸਤੇ ਦੁਨੀਆ ਤੇ ਆਏ ਹਾਂ। ਦੈ ਹੋਂ ਦੁਸ਼ਟਨ ਦੰਡ ਕੋ ਜੋ ਹੈ ਕੁਚਾਲੀ। ਮਹਾਰਾਜ ਕਹਿਣ ਲੱਗੇ ਦੁਸ਼ਟਾਂ ਨੂੰ ਦੰਡ ਦੇਵਾਂਗੇ। ਜਿਹੜੇ ਦੁਸ਼ਟ ਨੇ ਨਾ, ਦੁਸ਼ਟ ਆਤਮਾਵਾਂ, ਕਈਆਂ ਦਾ ਸੁਭਾਅ ਹੀ ਹੁੰਦਾ ਦੁਨੀਆ ਤੇ ਆ ਕੇ ਦੁੱਖ ਦੇਣਾ, ਉਹ ਦੁੱਖ ਦੇਣ ਵਾਸਤੇ ਹੀ ਆਏ ਦੁਨੀਆ ਦੇ ਵਿੱਚ। ਜਿਹੜੇ ਕਮਜ਼ੋਰ ਨੇ ਉਹ ਬਦਸੀਸਾਂ ਦਿੰਦੇ, ਜਿਹੜੇ ਤਗੜੇ ਨੇ ਫਿਰ ਦੰਡ ਦਿੰਦੇ। ਮਹਾਰਾਜ ਕਹਿੰਦੇ ਵੀ ਬਦਸੀਸ ਨਹੀਂ, ਅਸੀਂ ਤੇ ਦੰਡ ਹੀ ਦੇਵਾਂਗੇ। ਦੁਸ਼ਟਾਂ ਨੂੰ ਇਹੋ ਜਿਹਾ ਦੰਡ ਦੇਵਾਂਗੇ ਜਿਹੜੇ ਕੁਚਾਲੀ ਚੱਲਦੇ ਪਏ। ਮਹਾਰਾਜ ਦਾ ਵੈਰ ਕਿਸੇ ਧਰਮ ਨਾਲ ਨਹੀਂ ਹੈ, ਨਾ ਮੁਸਲਮਾਨ ਧਰਮ ਨਾਲ, ਨਾ ਹਿੰਦੂ ਧਰਮ ਨਾਲ, ਨਾ ਈਸਾਈ, ਬੋਧੀ, ਜੈਨੀ, ਜੰਗਮ, ਸਰੇਵੜੇ, ਜੋ ਵੀ ਇਹ ਨੇ, ਇਹਨਾਂ ਨਾਲ ਕਿਸੇ ਨਾਲ ਵੈਰ ਨਹੀਂ। ਵੈਰ ਉਹਦੇ ਨਾਲ ਹੈ ਜਿਹੜਾ ਕੁਚਾਲੀ ਚੱਲਦਾ, ਖੋਟੀ ਚਾਲ, ਮਾੜੇ ਰਸਤੇ 'ਤੇ ਚੱਲਦਾ, ਦੂਜਿਆਂ ਨੂੰ ਦੁੱਖ ਦਿੰਦਾ। ਐਸੇ ਦੁਸ਼ਟਾਂ ਨੂੰ ਕਹਿਣ ਲੱਗੇ ਭਾਰੀ ਅਸੀਂ ਦੰਡ ਦੇਣਾ ਹੈ। ਸਿੱਖ ਆਪਣੇ ਰਾਜਾ ਕਰੋ ਸ਼ਤ ਸ਼ੀਨ ਵਿਸਾਲੀ। ਅਸੀਂ ਆਪਣੇ ਸਿੱਖਾਂ ਨੂੰ ਰਾਜੇ ਬਣਾਵਾਂਗੇ, ਮਾਲਕ ਬਣਾਵਾਂਗੇ, ਇਸ ਧਰਤੀ ਦੇ ਰਾਜ ਭਾਗ ਨੂੰ ਇਹ ਪ੍ਰਾਪਤ ਕਰਨਗੇ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖੋ ਇਹ ਬਚਨ ਜਿਹੜਾ ਨਾ ਬੜਾ ਵੱਡਾ ਹੈ। ਕਿਸੇ ਕਮਜ਼ੋਰ ਨੂੰ ਰਾਜ ਤੇ ਬਿਠਾਉਣਾ। ਗਰੀਬ ਨਵਾਜ ਗੁਸਾਈਆਂ ਮੇਰਾ ਮੱਥ ਹੈ ਛਤਰ ਧਰੈ। ਇਹ ਆ ਛਤਰ ਮਹਾਰਾਜ ਨੇ ਜਿਹੜਾ ਖਾਲਸੇ ਨੂੰ ਬਖਸ਼ਿਆ। ਐਵੇਂ ਨਹੀਂ ਦੁਨੀਆ ਸਰਦਾਰ ਜੀ ਕਰਦੀ ਵੀ। ਇਹ ਸਰਦਾਰੀਆਂ ਧੰਨ 10ਵੇਂ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ। ਇਹ ਵੱਖਰੀ ਗੱਲ ਹੈ ਕਿ ਅਸੀਂ ਉਹਨੂੰ ਸਾਂਭਦੇ ਨਹੀਂ ਪਏ, ਡਰ ਜਾਂਦੇ।
ਪਰ ਜਿਹੜਾ ਦਬਦਬਾ, ਜਿਹੜਾ ਜੋਸ਼, ਜਿਹੜੀ ਹਿੰਮਤ, ਜਿਹੜੀ ਦਲੇਰੀ ਮਹਾਰਾਜ ਨੇ ਖਾਲਸੇ ਨੂੰ ਬਖਸ਼ੀ ਹੈ ਨਾ, ਉਹ ਕਿਸੇ ਦੇ ਕੋਲ ਨਹੀਂ। ਤੇ ਜਦੋਂ ਵੀ ਕਿਸੇ ਜਰਵਾਣੇ ਦਾ ਮੱਥਾ ਲੱਗਾ ਨਾ, ਖਾਲਸੇ ਨਾਲ ਹੀ ਆ ਕੇ ਲੱਗਾ। ਬਾਦਸ਼ਾਹ ਸਿਕੰਦਰ ਦੁਨੀਆ ਜਿੱਤਦਾ ਕੋਈ ਨਹੀਂ ਮੁਕਾਬਲਾ ਕਰਦਾ, ਤੇ ਸਿਕੰਦਰ ਦਾ ਮੁਕਾਬਲਾ ਕੀਤਾ ਪੋਰਸ ਨੇ। ਤੇ ਪੋਰਸ ਹੈ ਪੰਜਾਬੀ, ਪੰਜਾਬ ਦੇ ਰਹਿਣ ਵਾਲਾ। ਪੰਜਾਬ ਦੀ ਧਰਤੀ ਨੇ ਇਹੋ ਜਿਹਾ ਸੂਰਮਾ ਜਣਿਆ ਜਿਹਨੇ ਚੱਲਦੇ ਹੋਏ ਸਿਕੰਦਰ ਨੂੰ ਰੋਕਿਆ ਵੀ ਇੱਧਰ ਸਿੱਧਾ ਹੋ। ਇਹ ਐਸੀ ਧਰਤੀ ਹੈ, ਇਹ ਐਸੀ ਧਰਤੀ ਹੈ। ਭਗਵਾਨ ਰਾਮ ਚੰਦਰ ਜੀ ਆਪਣਾ ਘੋੜਾ ਛੱਡਦੇ ਪਏ, ਘੋੜੇ ਦੇ ਮੱਥੇ ਦੇ ਉੱਪਰ ਫੱਟੀ ਲਿਖ ਕੇ ਲਾਈ ਹੈ, ਜਿਹੜਾ ਮੇਰਾ ਘੋੜਾ ਫੜੇਗਾ ਨਾ ਉਹਨੂੰ ਮੇਰੇ ਨਾਲ ਜੰਗ ਕਰਨਾ ਪਵੇਗਾ। ਸਮੇਂ ਦਾ ਅਵਤਾਰ, ਸਮੇਂ ਦੇ ਅਵਤਾਰ ਨੇ ਭਗਵਾਨ ਰਾਮ ਚੰਦਰ। ਉਹਨਾਂ ਸਮਿਆਂ ਵਿੱਚ ਗੁਰਮੁਖੋ ਇਹ ਹੁੰਦਾ ਸੀ ਵੀ ਅਸਵਮੇਧ ਜੱਗ ਹੁੰਦਾ ਸੀ। ਅਸਵਮੇਧ ਜੱਗ ਤਾਂ ਹੁੰਦਾ ਸੀ, ਪਹਿਲਾਂ ਸਾਰੀ ਧਰਤੀ ਦੇ ਰਾਜੇ ਜਿੱਤਣੇ ਪੈਂਦੇ, ਫਿਰ ਜਾ ਕੇ ਜੱਗ ਹੁੰਦਾ। ਹੁਣ ਰਾਮ ਜੀਆਂ ਨੇ ਜੱਗ ਕਰਨਾ ਤੇ ਕਿਸੇ ਨੇ ਆਖਿਆ ਪਹਿਲਾਂ ਰਾਜੇ ਜਿੱਤ, ਤੇ ਰਾਜੇ ਜਿੱਤਣ ਦੀ ਨਿਸ਼ਾਨੀ ਇਹ ਹੁੰਦੀ ਸੀ ਵੀ ਆਪਣਾ ਘੋੜਾ ਸਾਰੇ ਰਾਜਾਂ ਵਿੱਚ ਫੇਰਨਾ, ਤੇ ਜਿਹੜਾ ਘੋੜੇ ਨੂੰ ਫੜੇ ਉਹਨੂੰ ਫਿਰ ਜੰਗ ਕਰਨਾ ਪੈਂਦਾ ਸੀ। ਹੁਣ ਰਾਮ ਜੀਆਂ ਨੇ ਘੋੜਾ ਛੱਡਿਆ, ਤੇ ਘੋੜਾ ਚੱਲਦਾ ਜਦੋਂ ਪੰਜਾਬ ਦੀ ਧਰਤੀ ਤੇ ਪਹੁੰਚਿਆ, ਤੇ ਲਵ ਤੇ ਕੁਸ਼ ਇੱਥੇ ਹੀ ਬੈਠੇ ਸਨ। ਉਹਨਾਂ ਆਖਿਆ ਪੰਜਾਬ ਦੀ ਧਰਤੀ ਦਾ ਪਾਣੀ ਪੀਤਾ ਕਿਹੜਾ ਹੈ, ਸਾਡੇ ਹੁੰਦਿਆਂ ਘੋੜਾ ਛੱਡੇ। ਫੜ ਲਿਆ ਘੋੜੇ ਨੂੰ, ਰਾਮ ਜੀ ਫੌਜ ਲੈ ਕੇ ਆਏ। ਸੂਰਬੀਰ ਭਰਾਵਾਂ ਨੇ ਇਹੋ ਜਿਹੇ ਤੀਰ ਚਲਾਏ, ਸਾਰੇ ਮੂਰਛਤ ਕਰਕੇ ਧਰਤੀ ਤੇ ਵਿਛਾ ਦਿੱਤੇ। ਇਹ ਉਹ ਧਰਤੀ ਹੈ ਸੂਰਮਿਆਂ ਦੀ। ਇੱਥੇ ਤੇ ਵੱਡੇ ਵੱਡੇ ਅਵਤਾਰਾਂ ਨੂੰ ਅਗਲਿਆਂ ਨੇ ਮੂੰਹ ਦੀਆਂ ਲਾ ਦਿੱਤੀਆਂ ਵੀ ਚੱਲ ਪਿੱਛੇ ਮੁੜ। ਇੱਥੇ ਤੇ ਸਿਕੰਦਰ ਵਰਗਿਆਂ ਦੇ ਰੱਥ ਜਿਹੜੇ ਸਨ, ਵਜਈ ਰੱਥ, ਉਹ ਪਿੱਛੇ ਮੁੜ ਗਏ। ਤੇ ਅੱਜ ਦੀਆਂ ਸਰਕਾਰਾਂ ਵੀ ਕੁਝ ਇਸੇ ਤਰ੍ਹਾਂ ਹੀ ਕਰਦੀਆਂ ਪਈਆਂ ਨੇ। ਸਾਰੇ ਦੇਸ਼ਾਂ ਵਿੱਚ ਕਾਨੂੰਨ, ਸੂਬਿਆਂ ਵਿੱਚ, ਸਟੇਟਾਂ ਵਿੱਚ ਬਣਾ ਕੇ, ਤੇ ਫਿਰ ਜਦੋਂ ਪੰਜਾਬ ਦੀ ਧਰਤੀ ਨੂੰ ਵਧੇ, ਤੇ ਫਿਰ ਇੱਥੋਂ ਅੱਗੇ ਆ ਕੇ ਡੱਕਾ ਲੱਗਾ ਨਾ, ਮੋੜਾ ਪਿਆ। ਇਹ ਧਰਤੀ ਇਹੋ ਜਿਹੀ ਹੈ, ਪਾਣੀ ਇਹੋ ਜਿਹਾ, ਇੱਥੋਂ ਦਾ ਖੂਨ ਹੀ ਇਸ ਤਰ੍ਹਾਂ ਦਾ। ਤੇ ਜੇ ਕੋਈ ਦੁਸ਼ਟ ਬਿਰਤੀ ਵਾਲਾ ਥੋੜ੍ਹੇ ਪੈਸਿਆਂ ਵਿੱਚ ਵਿਕ ਕੇ ਤੇ ਗੁਰੂ ਪਾਤਸ਼ਾਹ ਦੀ ਨਰਾਦਰੀ ਕਰੇ, ਤੇ ਉਹਨੂੰ ਵੀ ਟੰਗਣਾ ਆਉਂਦਾ। ਗੁਰੂ ਕੇ ਖਾਲਸੇ ਨੂੰ ਸ਼ਸਤਰ ਜਿਹੜੇ ਨੇ ਨਾ ਲੈ ਕੇ ਫਿਰ ਇਹੋ ਜਿਹਾ ਜਰਵਾਣਿਆਂ ਨੂੰ ਦੰਡ ਵੀ ਦਿੱਤਾ ਜਾਂਦਾ। ਜਦੋਂ ਇਸ ਤਰ੍ਹਾਂ ਦੇ ਇੱਕ ਦੋਵਾਂ ਨੂੰ ਦੰਡ ਮਿਲਦਾ ਨਾ, ਫਿਰ ਦੂਜੇ ਵੀ ਚੌਕਸ ਹੋ ਜਾਣਗੇ, ਡਰ ਜਾਣਗੇ, ਭੈ ਰੱਖਣਗੇ ਵੀ ਇਹ ਖਾਲਸੇ ਦੇ ਕਾਨੂੰਨ ਆਪਣੇ ਹੀ ਨੇ, ਆਪਣੀ ਇਹਨਾਂ ਦੀ ਕੋਰਟ ਹੈ ਤੇ ਆਪਣੇ ਇਹਨਾਂ ਦੇ ਫੈਸਲੇ। ਕਿਸੇ ਦੇ ਧਰਮ ਤੇ ਵਾਧਾ ਨਹੀਂ ਕਰਨਾ, ਗੁਰੂ ਕੇ ਸਿੱਖ ਨੇ। ਪਰ ਜੇ ਕੋਈ ਆਪਣੇ ਦੇ ਕਰੇ ਤੇ ਉਹਦਾ ਜਰਨਾ ਵੀ ਨਹੀਂ, ਗੁਰੂ ਕੇ ਸਿੱਖ ਨੇ, ਮਹਾਰਾਜ ਦੇ ਹੁਕਮ ਨੇ। ਰੋ ਵਿਚਾਰ ਮਹਾਰਾਜ ਕਹਿੰਦੇ ਵੀ ਇਹੋ ਜਿਹਾ ਮੈਂ ਸਿੱਖ ਪੈਦਾ ਕਰਾਂਗਾ, ਮੇਰਾ ਖਾਲਸਾ ਤੇ ਰਾਜਾ ਹੋਵੇਗਾ, ਸਰਦਾਰ ਹੋਵੇਗਾ, ਬਾਦਸ਼ਾਹੀ ਦਾ ਮਾਲਕ ਹੋਵੇਗਾ। ਇਸ ਤਰ੍ਹਾਂ ਦੇ ਖਾਲਸੇ ਦੀ ਸਥਾਪਨਾ ਕਰਨੀ ਹੈ। ਇਤਿਆਦਕ ਹੋਏ ਵਾਰਤਾ ਵਰਨੈ ਬਹੁ ਬਾਰੀ। ਸਤਿਗੁਰੂ ਪਾਤਸ਼ਾਹ ਜੀ, ਮਾਤਾ ਗੁਜਰੀ ਜੀ ਆਪਸ ਵਿੱਚ ਇਤਿਆਦਕ ਬੜੀਆਂ ਗੱਲਾਂ ਤੇ ਬੜੀ ਵਾਰ ਕਰਦੇ ਹਨ। ਕਾਤੁਰ ਜੰਗ ਮਿਟਾਵਤੇ ਉਰਮਹਿ ਡਰ ਧਾਰੀ। ਜਿਹੜੇ ਇਹ ਗੁਰਮੁਖੋ ਮਸੰਦ ਨੇ, ਇਹ ਨੇ ਡਰਪੋਕ ਕਿਸਮ ਦੇ ਆਦਮੀ। ਜਿਹੜੇ ਬੰਦੇ ਦੇ ਮਨ ਵਿੱਚ ਲਾਲਚ ਪੈ ਜਾਵੇ ਨਾ, ਤੇ ਵਲ ਛਲ ਕਰਕੇ ਖਾਣਾ ਆ ਜਾਵੇ, ਉਹ ਡਰਪੋਕ ਹੋ ਜਾਂਦਾ, ਕਾਇਰ ਹੋ ਜਾਂਦਾ, ਹਿੰਮਤ ਨਹੀਂ ਰਹਿੰਦੀ ਹੈ ਬੋਲਣ। ਭੇਡਾਂ ਦੇ ਝੁੰਡ ਵਾਂਗ ਬਸ ਗਿਣਤੀ ਹੈ ਵੀ ਇਹ 20 ਬੰਦੇ ਕੇ 30 ਬੰਦੇ, ਪਰ ਬੋਲਣ ਦਾ ਮਾਦਾ, ਬੋਲਣ ਦੀ ਹਿੰਮਤ ਇੱਕ ਵਿੱਚ ਵੀ ਨਹੀਂ ਹੈ। ਸਾਰਿਆਂ ਨੇ ਉੱਥੇ ਸਿਰ ਹਿਲਾਈ ਜਾਣਾ ਵੀ ਹਾਂ ਠੀਕ ਹੈ ਠੀਕ ਹੈ। ਬੋਲਣ ਵਾਸਤੇ ਜਿਹੜਾ ਹਿਰਦਾ ਸ਼ੇਰ ਦਾ ਹੁੰਦਾ, ਲੱਤਾਂ ਲੋਹੇ ਦੀਆਂ ਹੋਣ ਤੇ ਬੋਲਿਆ ਤਾਂ ਜਾਂਦਾ। ਕਹਿਰਾਂ ਦੀ ਗਿਣਤੀ ਜਿੰਨੀ ਮਰਜ਼ੀ ਬਣਾ ਲਓ। ਸਤਿਗੁਰੂ ਇੱਥੇ ਕਹਿ ਰਿਹਾ, ਕਹਿਣ ਲੱਗੇ ਜਿਹੜੇ ਕਾਇਰ ਨੇ ਨਾ, ਉਹ ਤੇ ਭੱਜ ਜਾਣਗੇ ਜੱਗ ਦਾ ਨਾਂ ਸੁਣ ਕੇ। ਜਿਹੜੇ ਸੂਰਮੇ ਹੋਣਗੇ ਉਹਨਾਂ ਨੂੰ ਜੰਗ ਦੇ ਵਿੱਚ ਅਸੀਂ ਲੜਾ ਦੇਣਾ ਹੈ। ਚਾਹਤ ਜੋਧਾ ਜੁਧ ਕੋ ਹਮ ਹਤੈ ਪਹਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਡੇ ਯੋਧੇ ਤੇ ਤਿਆਰ ਨੇ ਮਾਤਾ ਜੀ, ਇਹ ਤੇ ਪਹਿਲਾਂ ਹੀ ਤਲਵਾਰਾਂ ਤਿੱਖੀਆਂ ਕਰਕੇ ਬੈਠੇ ਹੋਏ ਵੀ ਕਦੋਂ ਚੜ ਕੇ ਆਉਣ ਪਹਾੜੀ ਰਾਜੇ ਤੇ ਇਹਨਾਂ ਨੂੰ ਕਤਲ ਕਰਨਾ ਕਰੀਏ। ਮੂਰਖ ਮਹਿਮਾ ਗੁਰੂ ਕੀ ਨਹਿ ਸਕੈ ਇਹ ਵਿਚਾਰੇ। ਮੂਰਖ ਲੋਕ ਗੁਰੂ ਦੀ ਮਹਿਮਾ ਨੂੰ ਜਾਣਦੇ ਨਹੀਂ। ਗੁਰੂ ਸਰਬੱਗ ਹੈ, ਗੁਰੂ ਸਮਰੱਥ ਹੈ, ਗੁਰੂ ਦੀ ਮਹਿਮਾ ਜਿਹੜੀ ਹੈ ਜਾਣਦੇ ਨਹੀਂ ਹਨ। ਬਹੁ ਦੇਸ਼ਨ ਤੇ ਸੰਗਤਾਂ ਆਵੈ ਨਰ
ਨਰ ਨਾਰੀ। ਬੇਅੰਤ ਸੰਗਤਾਂ ਸਾਡੇ ਕੋਲ ਆਉਂਦੀਆਂ, ਦੇਸ਼ ਤੋਂ ਚੱਲ ਕੇ ਵਿਦੇਸ਼ ਤੋਂ ਚੱਲ ਕੇ ਬੇਅੰਤ ਸੰਗਤ ਆਉਂਦੀ ਹੈ। ਤਿਨ ਮਹਿ ਜੇ ਬਰ ਵੀਰ ਹੋਵੈ ਰਣ ਵਿਦ ਅਨੁਸਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੰਗਤ ਵਿੱਚੋਂ ਸੂਰਮੇ ਚੁਣਾਂਗੇ। ਜਿਹੜੀ ਸੰਗਤ ਦੇਸ਼ ਵਿਦੇਸ਼ ਵਿੱਚੋਂ ਚੱਲ ਕੇ ਆਵੇਗੀ ਨਾ ਸਾਡੇ ਦਰਸ਼ਨਾਂ ਵਾਸਤੇ, ਉਹਨਾਂ ਵਿੱਚੋਂ ਜਵਾਨ ਗੱਭਰੂ ਜਿਹੜੇ ਨੌਜਵਾਨ ਨੇ ਉਹ ਚੁਣਾਂਗੇ। ਚੰਗੇ ਜੁੱਸੇ ਵਾਲੇ, ਚੰਗੇ ਸਰੀਰਾਂ ਵਾਲੇ, ਜਿਨ੍ਹਾਂ ਦੇ ਸਰੀਰਾਂ ਵਿੱਚ ਬਲ ਤੇ ਤਾਕਤ ਹੋਵੇਗੀ, ਉਹ ਸੂਰਮੇ ਚੁਣ ਕੇ ਅਸੀਂ ਆਪਣੀ ਫੌਜ ਵਿੱਚ ਭਰਤੀ ਕਰਨੇ ਹਨ। ਰਹਿ ਨਿਕਟ ਸਤਿਗੁਰੂ ਕੇ ਨਹਿ ਸਦਨ ਪਿਆ। ਉਹਨਾਂ ਨੂੰ ਅਸੀਂ ਆਪਣੇ ਕੋਲ ਹੀ ਰੱਖਾਂਗੇ ਮਾਤਾ ਜੀ। ਇਹੋ ਜੀ ਅਸੀਂ ਅਕਾਲੀ ਫੌਜ ਪੈਦਾ ਕਰਾਂਗੇ, ਸਾਡੇ ਕੋਲ ਹੀ ਰਵੇਗੀ, ਘਰ ਨਹੀਂ ਜਾਣਗੇ ਸਾਨੂੰ ਛੱਡ ਕੇ। ਪਰਿਓ ਕਾਜ ਅਵਲਰਨ ਕੋ ਹਮ ਸ਼ਤਰਨ ਹਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਹੁਣ ਜੰਗ ਦਾ ਤੇ ਕੰਮ ਪੈ ਹੀ ਗਿਆ ਨਾ, ਇਹ ਤੇ ਹੁਣ ਕੰਮ ਪੈਣਾ ਹੀ ਹੈ, ਤੇ ਦੁਸ਼ਮਣ ਨੂੰ ਫਿਰ ਇਸੇ ਤਰ੍ਹਾਂ ਹੀ ਤਲਵਾਰ ਦੀ ਭੇਟ ਕਰਨਾ ਹੈ। ਉਤਸ਼ਾਹੀ ਸਿੱਖ ਜੇ ਬਾਸੈ ਗੁਰ ਪਾਸੇ। ਜਿਹੜੇ ਉਤਸ਼ਾਹੀ ਸਿੱਖ ਹੋਣਗੇ ਨਾ, ਉਤਸ਼ਾਹ ਰੱਖਣ ਵਾਲੇ, ਉਹ ਗੁਰੂ ਦੇ ਕੋਲ ਬਸਣਗੇ, ਗੁਰੂ ਦੇ ਕੋਲ ਰਹਿਣਗੇ। ਨੰਦ ਚੰਦ ਸੁਧ ਸਭਨ ਕੀ ਦੇ ਬਾਸ ਸੋ ਇਹ ਗ੍ਰਸ। ਸਾਡਾ ਜਿਹੜਾ ਦੀਵਾਨ ਹੈ ਨਾ ਗੁਰੂ ਘਰ ਦਾ, ਆਨੰਦ ਚੰਦ ਇਹ ਸਾਰਿਆਂ ਦੀ ਖਬਰ ਲੈਂਦਾ ਹੈ। ਸਾਰੀ ਫੌਜ ਨੂੰ ਖਾਣਾ ਪੀਣਾ, ਦਵਾਈ ਬੂਟੀ, ਇਲਾਜ ਜੋ ਵੀ ਹੈ, ਸਾਰਾ ਪ੍ਰਬੰਧ ਇਹਦੇ ਹੱਥ ਵਿੱਚ ਹੈ। ਉਤ ਨਿਜਪੁਰ ਅਰਦੇਸ਼ ਮਹਿ ਡਰ ਧਰ ਗਿਰਰਾਈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਹੁਣ ਪਹਾੜੀਆਂ ਨੇ ਫੌਜ ਚਾੜ ਦੇਣੀ ਸੀ, ਜਿਹੋ ਜੀ ਹਾਲਤ ਅਸੀਂ ਕਰਕੇ ਤੋਰਿਆ। ਭੈ ਉਹਨਾਂ ਦੇ ਮਨ ਵਿੱਚ ਵੀ ਹੈ ਸਾਡੇ ਖਾਲਸੇ ਦਾ, ਹਾਲੇ ਜੰਗ ਹੋਇਆ ਨਹੀਂ ਹੈ, ਪਰ ਡਰ ਉਹਨਾਂ ਦੇ ਮਨ ਵਿੱਚ ਵੀ ਹੈ ਵੀ ਜੇ ਗਏ ਤੇ ਪਤਾ ਨਹੀਂ ਅੱਗੇ ਕੀ ਹੋ ਜਾਣਾ ਹੈ। ਸੁਭਟ ਸਭ ਦਿਸ਼ਨ ਮੈਂ ਰਾਖੈਂ ਤਕਰਾਈ। ਇਹ ਹੁਣ ਸਾਰੇ ਸੂਰਮੇ ਇਕੱਠੇ ਕਰਨਗੇ ਔਰ ਤਗੜੇ ਹੋ ਕੇ ਰਹਿਣਗੇ। ਰਾਤ ਨੂੰ ਵੀ ਸਾਵਧਾਨੀ ਵਰਤਣਗੇ ਵੀ ਗੁਰੂ ਬੈਠਾ ਸਾਡੇ ਕੋਲ ਆ ਕੇ। ਐਸਾ ਇਹਨਾਂ ਦੇ ਮਨ ਵਿੱਚ ਭੈ ਪੈ ਗਿਆ ਹੈ। ਸੰਜ ਸਕਾਰੇ ਸੁਧ ਸਕਲ ਸੁਨ ਕੈ ਗੁਰ ਕੇਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਵੀ ਜਾਣਦੇ ਨੇ, ਭੀਮ ਚੰਦ ਰਾਜੇ ਨੇ ਕੁਝ ਖੁਫੀਆ ਬੰਦੇ ਜਿਹੜੇ ਸਨ CID ਕਰਨ ਵਾਲੇ, ਉਹ ਅਨੰਦਪੁਰ ਸਾਹਿਬ ਭੇਜੇ ਹੋਏ ਵੀ ਰੋਜ਼ ਦੀ ਰੋਜ਼ ਖਬਰ ਦਿਓ। ਤੇ ਸਤਿਗੁਰੂ ਜਾਣਦੇ। ਮਹਾਰਾਜ ਕਹਿਣ ਲੱਗੇ ਮਾਤਾ ਜੀ ਇਹ ਪਹਾੜੀਏ ਇੰਨੇ ਡਰ ਗਏ ਨੇ ਵੀ ਉਹਨਾਂ ਨੇ ਕੁਝ ਖੁਫੀਆ ਬੰਦੇ ਸਾਡੇ ਕੋਲ ਅਨੰਦਪੁਰ ਸਾਹਿਬ ਭੇਜੇ ਨੇ, ਤੇ ਰੋਜ਼ ਇੱਥੋਂ ਖਬਰ ਜਾਂਦੀ ਉੱਥੇ ਵੀ ਅਸੀਂ ਅੱਜ ਕੀ ਕੀਤਾ ਤੇ ਅੱਜ ਕੀ ਕੀਤਾ। ਇਹ ਦੁਸ਼ਮਣ ਦੇ ਡਰ ਨੂੰ ਇਹ ਗੱਲ ਸਿੱਧ ਕਰਦੀ ਹੈ ਵੀ ਉਹ ਡਰੇ ਹੋਏ ਨੇ, ਜਿਨ੍ਹਾਂ ਨੂੰ ਐਡੀ ਛੇਤੀ ਜਸੂਸ ਸਾਡੇ ਵਿੱਚ ਭੇਜਣੇ ਪੈ ਗਏ। ਹਾਲੇ ਤੇ ਜੰਗ ਹੋਇਆ ਨਹੀਂ, ਤੇ ਪਹਿਲਾਂ ਹੀ ਜਸੂਸੀਆਂ ਕਨਸੂਆਂ ਸ਼ੁਰੂ ਹੋ ਗਈਆਂ। ਡਰੇ ਹੋਏ ਨੇ, ਫਿਕਰ ਨਾ ਕਰੋ, ਜੰਗ ਜੇ ਸਾਡੇ ਵਾਸਤੇ ਔਖਾ ਤੇ ਸੌਖਾ ਉਹਨਾਂ ਵਾਸਤੇ ਵੀ ਨਹੀਂ ਹੈ। ਉਹਨਾਂ ਦੇ ਮਨ ਵਿੱਚ ਵੀ ਭੈ ਹੈ। ਰਹਿ ਵਿਚਾਰ ਤੇ ਅਨਕ ਵਿਦ ਰਣ ਹੋਏ ਕਿਸ ਬੇਰੀ। ਉਹ ਵੀ ਸੋਚਦੇ ਪਏ ਨੇ ਹੁਣ ਮਹਾਰਾਜ ਤੇ ਜਾਣੀ ਜਾਣ ਨੇ ਨਾ, ਉਹਨਾਂ ਨੇ ਤੇ CID ਵਾਲੇ ਬੰਦੇ ਭੇਜੇ ਨੇ, ਸਤਿਗੁਰੂ ਖੁਦ ਹੀ ਜਾਣੀ ਜਾਣ। ਮਹਾਰਾਜ ਕਹਿਣ ਲੱਗੇ ਦਿਨੇ ਰਾਤ ਉਹ ਵੀ ਸਲਾਹਾਂ ਕਰਦੇ ਪਏ ਵੀ ਜੰਗ ਕਰੀਏ ਕਿਵੇਂ ਤੇ ਜਿੱਤਣਾ ਕਿਵੇਂ ਕਰੀਏ। ਬਿਉਂਤ ਵਿਆਹ ਕੇ ਬਿਵਦ ਬਿਦ ਬਹੁ ਕਰ ਬਨਵਾਵੇ। ਸਤਿਗੁਰੂ ਪਾਤਸ਼ਾਹ ਜਾਣਦੇ, ਕਹਿਣ ਲੱਗੇ ਉਹਨਾਂ ਨੇ ਘਰ ਵਿੱਚ ਵਿਆਹ ਰੱਖਿਆ ਤੇ ਉਹ ਵਿਆਹ ਦੀ ਵਿਉਂਤ ਬਣਾਉਂਦੇ ਪਏ ਵੀ ਪਹਿਲਾਂ ਵਿਆਹ ਕਰੀਏ ਕਿ ਪਹਿਲਾਂ ਜੰਗ ਕਰਨਾ ਕਰੀਏ। ਆਏ ਮੇਲ ਤਿਨ ਸ਼ਸਤਰ ਜੁਤ ਕਹਿ ਕਹਿ ਬੁਲਵਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਉਹਨਾਂ ਦੇ ਘਰੇ ਮੇਲ ਆ ਗਿਆ ਹੈ, ਸੰਬੰਧੀ ਆ ਗਏ ਨੇ, ਤੇ ਕੁਝ ਉਹਨਾਂ ਨੇ ਸੂਰਮੇ ਵੀ ਵਿਆਹ ਦੇ ਬਹਾਨੇ ਦੇ ਨਾਲ ਘਰੇ ਮੰਗਵਾ ਕੇ ਬਿਠਾ ਲਏ ਨੇ। ਸਾਨੂੰ ਸਭ ਉਹਨਾਂ ਦੀਆਂ ਖਬਰਾਂ ਹਨ। ਚਮੂ ਬਟੋਰਨ ਬਹੁ ਕਰੀ ਜਿਤ ਕਿਤ ਤੇ ਆਈ। ਸਾਨੂੰ ਇਹ ਵੀ ਪਤਾ ਵੀ ਉਹਨਾਂ ਨੇ ਬੜੇ ਰਾਜਿਆਂ ਦੀ ਫੌਜ ਭੀਮ ਚੰਦ ਨੇ ਆਪਣੇ ਕੋਲ ਇਕੱਠੀ ਕਰ ਲਈ ਹੈ। ਸਾਨੂੰ ਸਾਰਾ ਪਤਾ ਵੀ ਉਹ ਕੀ ਕੀ ਕਰਦਾ ਹੈ। ਸੁਨ ਗੁਰਸਰ ਕੀ ਸ਼ਾਹ ਦੀ ਕਬ ਕਬ ਡਰ ਪਾਈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸੁਣ ਕੇ ਨਾ ਬਚਨ ਜਿਹੜੇ ਮਹਾਰਾਜ ਜੀਆਂ ਨੇ ਆਖੇ, ਤੇ ਉਸ ਵੇਲੇ ਸਤਿਗੁਰਾਂ ਦੀ ਮਸ਼ਹੂਰੀ ਹੈ ਨਾ ਇਲਾਕੇ ਦੇ ਵਿੱਚ, ਸਤਿਗੁਰਾਂ ਦੀ ਮਸ਼ਹੂਰੀ ਹੈ। ਉਹਨਾਂ ਪਹਾੜੀਆਂ ਦੇ ਵਿੱਚ ਵੀ ਮਹਾਰਾਜ ਦਾ ਤੀਰ ਕਮਾਨੋਂ ਨਿਕਲਿਆ ਤੇ ਨਿਸ਼ਾਨੇ ਤੋਂ ਕਦੇ ਖੁੱਝਿਆ ਨਹੀਂ ਹਾਲੇ ਤੱਕ। ਰੱਬ ਨਾ ਕਰੇ ਮਹਾਰਾਜ ਕਿਸੇ ਰਾਜੇ ਦਾ ਨਿਸ਼ਾਨਾ ਲੈ ਲੈਣ, ਜੇ ਉਹਨਾਂ ਨੇ ਲੈ ਲਿਆ ਤੇ ਰਾਜੇ ਦਾ ਸਿਰ ਧੜ ਦੇ ਨਾਲ ਕੋਈ ਨਹੀਂ ਰਹਿਣਾ। ਇਹ ਡਰ ਵੀ ਹੈ ਉਹਨਾਂ ਦੇ ਮਨ ਵਿੱਚ। ਮਹਾਰਾਜ ਦੀ ਬਹਾਦਰੀ ਦੇ ਕੋਲੋਂ ਡਰਦੇ ਨੇ ਵੀ ਸਤਿਗੁਰੂ ਜੇ ਕਿਤੇ ਨਿਗਾਹ ਪੈ ਗਈ ਨਾ ਸਾਡੇ ਵੱਲੇ ਤੇ ਬਖਸ਼ਣਾ ਕੋਈ ਨਹੀਂ। ਗੁਰਮੁਖੋ ਇਹ ਬਹਾਦਰੀ ਹੈ ਮਹਾਰਾਜ ਜੀਆਂ ਦੀ, ਤਾਂ ਏਡੀ ਵੱਡੀ ਫੌਜ ਚਮਕੌਰ ਨੂੰ ਘੇਰਾ ਤੇ ਪਾ ਸਕਦੀ ਹੈ, ਪਰ ਅੰਦਰ ਨਹੀਂ ਵੜ ਸਕਦੀ ਗੜੀ ਦੇ ਜਾ ਕੇ। ਕਿਉਂ ਨਹੀਂ ਵੜ ਸਕਦੀ? ਕਿਉਂਕਿ ਭੈ ਹੈ, ਡਰ ਹੈ ਮਹਾਰਾਜ ਜੀਆਂ ਦਾ। ਤੇ ਸਤਿਗੁਰਾਂ ਨੇ ਲਿਖਿਆ ਵੀ, ਜਦੋਂ ਮਹਾਰਾਜ ਨੇ ਭੇਜਿਆ ਨਾ ਜਫਰਨਾਮਾ ਔਰੰਗੇ ਨੂੰ, ਤੇ ਉਹਦੇ ਵਿੱਚ ਮਹਾਰਾਜ ਨੇ ਲਿਖਿਆ ਵੀ, ਸਤਿਗੁਰੂ ਕਹਿਣ ਲੱਗੇ ਫੌਜ ਤੇ ਤੇਰੀ ਲੱਖਾਂ ਦੀ ਗਿਣਤੀ ਵਿੱਚ ਆਈ, ਪਰ ਲੱਖਾਂ ਦੀ ਗਿਣਤੀ ਵਿੱਚੋਂ ਜਿਹੜੀ ਫੌਜ ਹੈ ਨਾ, ਸੂਰਮਾ ਉਹਦੇ ਵਿੱਚ ਇੱਕ ਵੀ ਨਹੀਂ ਸੀ। ਸਾਰੇ ਕਾਇਰ ਤੇ ਡਰਪੋਕ ਹੀ ਸਨ ਜਿਹੜੇ ਲੁਕ ਕੇ ਆਪਣੀ ਜਾਨ ਬਚਾਉਂਦੇ। ਤੇ ਇੱਕ ਤੇਰਾ ਵਜ਼ੀਰ ਨਾਰ ਖਾਨ ਨਾਮ ਦਾ ਪੌੜੀ ਲਾ ਕੇ ਜਦੋਂ ਚੜ੍ਹਨ ਲੱਗਾ ਨਾ ਕੰਧ ਦੇ ਉੱਪਰ, ਤੇ ਅੱਗੋਂ ਮਹਾਰਾਜ ਨੇ ਵੇਖਿਆ ਤੇ ਸਤਿਗੁਰਾਂ ਨੇ ਹੱਥ ਵਿੱਚ ਗੁਰਜ ਫੜੀ ਹੋਈ,
ਜਦੋਂ ਸਤਿਗੁਰਾਂ ਨੇ ਗਾਂਹ ਹੋ ਕੇ ਨਿਗਾਹ ਮਾਰੀ ਤਾਂ ਸ਼ਹਿ ਗਿਆ ਕੰਧ ਦੇ ਨਾਲ, ਜਿਵੇਂ ਕਬੂਤਰ ਸ਼ਹਿ ਜਾਂਦਾ ਨਾ ਬਿੱਲੀ ਨੂੰ ਵੇਖ ਕੇ ਤੇ ਬਾਜ ਨੂੰ ਵੇਖ ਕੇ ਬਟੇਰ ਸ਼ਹਿ ਜਾਂਦਾ, ਸ਼ਹਿ ਗਿਆ, ਡਰ ਗਿਆ, ਕੰਬ ਗਿਆ ਉਸ ਵੇਲੇ। ਤੇ ਸਤਿਗੁਰਾਂ ਨੇ ਫਿਰ ਉਹ ਜਿਹੜੀ ਗੁਰਜ ਫੜੀ ਸਿਰ ਵਿੱਚ ਮਾਰ ਕੇ ਫੇਰ ਸੁੱਟਿਆ। ਮਹਾਰਾਜ ਨੇ ਲਿਖਿਆ, ਕਹਿਣ ਲੱਗੇ ਤੇਰੇ ਸੂਰਮੇ ਕਿਸੇ ਵਿੱਚ ਹਿੰਮਤ ਨਹੀਂ ਪਈ, ਜੇ ਇੱਕ ਅੱਧਾ ਕੋਈ ਕੰਧ ਚੜ੍ਹਿਆ ਤੇ ਸਾਡੀ ਸ਼ਕਲ ਵੇਖ ਕੇ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਹੁਣ ਕੀ ਕਰਾਂ। ਇੰਨਾ ਡਰ ਹੈ ਧੰਨ ਦਸਵੇਂ ਪਾਤਸ਼ਾਹ ਦੀ ਸ਼ਸਤਰ ਵਿਦਿਆ ਦਾ। ਘੇਰਾ ਤੇ ਪਾ ਕੇ ਬੈਠੇ, ਪਰ ਹਿੰਮਤ ਨਹੀਂ ਹੈ ਵੀ ਗੜੀ ਦੇ ਅੰਦਰ ਕੋਈ ਜਾਵੇ, ਤੇ ਨਹੀਂ ਜਾ ਸਕੇ ਉਹਨਾਂ ਚਿਰ ਜਿੰਨਾ ਚਿਰ ਮਹਾਰਾਜ ਆਪ ਗੜੀ ਦੇ ਵਿੱਚ ਰਹਿ। ਰੋ ਵਿਚਾਰ ਇੱਥੇ ਮਹਾਰਾਜ ਕਹਿੰਦੇ ਪਏ, ਕਹਿੰਦੇ ਮਾਤਾ ਜੀ ਸਾਡੀ ਸ਼ਸਤਰ ਵਿਦਿਆ ਦਾ ਲੋਹਾ ਉਹਨਾਂ ਤੱਕ ਪਹੁੰਚਿਆ ਹੋਇਆ। ਉਹਨਾਂ ਨੂੰ ਵੀ ਪਤਾ ਵੀ ਗੁਰੂ ਨੂੰ ਜਾ ਕੇ ਫੜਨਾ ਸ਼ੇਰ ਦੀ ਮੁੱਛ ਨੂੰ ਹੱਥ ਪਾਉਣ ਵਾਲੀ ਗੱਲ ਹੈ। ਇੰਨੀ ਛੇਤੀ ਐਡਾ ਵੱਡਾ ਹੀਆ ਲੈ ਕੇ ਨਹੀਂ ਤੁਰਨਗੇ। ਜੰਗ ਕਰਨਾ ਕਹਿਣਾ ਬੜਾ ਫਰਕ ਹੈ। ਤੁਸੀਂ ਫਿਕਰ ਨਾ ਕਰੋ, ਇਹਨਾਂ ਵਾਸਤੇ ਸਾਡੀ ਫੁੱਲ ਤਿਆਰੀ ਹੈ। ਦੇਖਨ ਭੀਮ ਤਤਾਰ ਚੇ ਕੋਸਨ ਲਗ ਮਾਰੇ। ਤੇ ਸਤਿਗੁਰੂ ਕਹਿੰਦੇ ਵੀ ਜਾਣਦੇ ਨੇ ਵੀ ਮਹਾਰਾਜ ਦਾ ਤੀਰ ਕਈ ਕੋਹਾਂ ਤੱਕ ਜਾਂਦਾ। ਜਦੋਂ ਨਿਕਲਦਾ ਨਾ ਕਮਾਨ ਦੇ ਵਿੱਚੋਂ ਤੇ ਛੂਕਦੇ ਹੋਏ ਸੱਪ ਵਾਂਗੂ ਮਹਾਰਾਜ ਦੇ ਤੀਰ ਕਈ ਕੋਹ ਤੱਕ ਜਾ ਕੇ ਬੰਦਾ ਲੱਭ ਲੈਂਦੇ ਵੀ ਇੱਥੇ ਸ਼ਿਕਾਰ ਬੈਠਾ ਹੋਇਆ। ਤੇ ਇਸ ਗੱਲ ਦਾ ਭੈ ਆ ਪਹਾੜੀਆਂ ਨੂੰ, ਸਾਡੀ ਬਹਾਦਰੀ ਨੂੰ ਉਹ ਜਾਣਦੇ ਹਨ। ਕਰਕ ਹੋਏ ਪਰ ਲਗ ਸਰਬ ਬਹੁ ਸ਼ੀਗਰ ਪਰਹਾਰ। ਜਿਹੜਾ ਅੱਗੇ ਆਵੇਗਾ ਨਾ ਮਹਾਰਾਜ ਦੇ ਤੀਰ ਜਿਵੇਂ ਪਟੇ ਵਾਲੀ ਰਫਲ ਨਹੀਂ ਚੱਲਦੀ, ਮਿੰਟੋ ਮਿੰਟੀ ਗੋਲੀਆਂ ਦਾਗਦੀ ਹੈ, ਮਹਾਰਾਜ ਦੀ ਕਮਾਨ ਵਿੱਚੋਂ ਇਸ ਤਰ੍ਹਾਂ ਤੀਰ ਨਿਕਲਦੇ ਸਨ। ਦੁਸ਼ਮਣ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ। ਤੇ ਜਾਣਦੇ ਨੇ ਵੀ ਜਿੱਧਰ ਨੂੰ ਮਹਾਰਾਜ ਨੇ ਮੂੰਹ ਕਰ ਲਿਆ ਨਾ ਸਥਰਾਂ ਵਿਖ ਜਾਣਗੀਆਂ, ਉਧਰ ਨੂੰ ਬਚੇਗਾ ਕੋਈ ਨਹੀਂ। ਐਸਾ ਉਹਨਾਂ ਦੇ ਮਨ ਵਿੱਚ ਭੈ ਹੈ। ਕਬ ਹੈ ਕੋਪ ਕੋ ਕਰਤੇ ਔਰ ਰਹਿ ਦੇਸ਼ ਹਮਾਰੇ। ਤੇ ਮਹਾਰਾਜ ਕਹਿਣ ਲੱਗੇ ਸਾਡੇ ਤੇ ਗੁੱਸਾ ਤੇ ਮਾਤਾ ਜੀ ਉਹਨਾਂ ਨੂੰ ਬੜਾ ਹੈ। ਕਚੀਚੀਆਂ ਤੇ ਬਹੁਤ ਵੱਟਦੇ, ਪਰ ਅੰਦਰ ਬੈਠੇ ਵੱਟਦੇ ਪਏ ਆਪਣੇ ਮਹਿਲਾਂ ਦੇ। ਹੁਣ ਗਾਂ ਕਿਹੜਾ ਆਵੇ, ਸਾਹਮਣਾ ਕਿਹੜਾ ਕਰੇ। ਬਿੱਲੀ ਸਾਰਿਆਂ ਨੂੰ ਖਾਂਦੀ ਹੈ, ਚੂਹੇ ਸਾਰਿਆਂ ਨੂੰ ਡਰ ਹੈ। ਹੁਣ ਬਿੱਲੀ ਤੋਂ ਬਚਿਆ ਕਿਵੇਂ ਜਾਵੇ, ਟੱਲੀ ਹੁਣ ਬੰਨੇ ਕਿਹੜਾ ਗਾਂ ਹੋ ਗਏ। ਪਰ ਸਲਾਹਾਂ ਤੇ ਵਿਉਂਤਾਂ ਤੇ ਸਾਰੇ ਹੀ ਬਣਾਉਂਦੇ ਵੀ ਇਹਦੇ ਕੋਲੋਂ ਬਚਣਾ ਚਾਹੀਦਾ। ਸਤਿਗੁਰੂ ਕਹਿ ਰਿਹਾ, ਕਹਿਣ ਲੱਗੇ ਵਿਉਂਤਾਂ ਤੇ ਬੜੀਆਂ ਬਣਦੀਆਂ ਪਈਆਂ ਪਹਾੜੀਆਂ ਦੀਆਂ, ਪਰ ਹਿੰਮਤ ਕੋਈ ਨਹੀਂ ਦਸਵੇਂ ਪਾਤਸ਼ਾਹ ਦੇ ਤੀਰਾਂ ਦੀ ਤਾਬ ਨੂੰ ਕਿਹੜਾ ਝੱਲੇ। ਐਸਾ ਉਹਨਾਂ ਦੇ ਮਨ ਵਿੱਚ ਡਰ ਹੈ। ਜਾਚੀ ਵਸਤ ਭੇ ਨਾ ਦਈ ਜਨ ਵਹਿਰ ਨਿਕਾਰੇ। ਤੇ ਮਹਾਰਾਜ ਕਹਿਣ ਲੱਗੇ ਬੜੀ ਵੱਡੀ ਬੇਇੱਜ਼ਤੀ ਵਾਲੀ ਗੱਲ ਹੈ। ਇੱਕ ਬੰਦਾ ਚੀਜ਼ ਮੰਗਣ ਆਵੇ, ਉਹਨੂੰ ਮਿਲੇ ਨਾ ਤੇ ਅੱਗੋਂ ਚਪੇੜਾਂ ਵੱਜਣ ਮੂੰਹ ਤੇ, ਇਹਦੇ ਤੋਂ ਵੱਡੀ ਬੇਇੱਜ਼ਤੀ ਵਾਲੀ ਗੱਲ ਕਿਹੜੀ ਹੋ ਸਕਦੀ ਹੈ। ਮਹਾਰਾਜ ਕਹਿੰਦੇ ਵੀ ਅਸੀਂ ਤੇ ਕਸਰ ਕੋਈ ਨਹੀਂ ਛੱਡੀ ਉਹਨਾਂ ਦੀ ਨਰਾਦਰ ਕਰਨ ਦੀ, ਉਹਨਾਂ ਦੀ ਔਕਾਤ ਵਿਖਾਉਣ ਦੀ ਕਸਰ ਕੋਈ ਨਹੀਂ ਛੱਡੀ। ਪਰ ਇਹੋ ਜਿਹੇ ਬੇਸ਼ਰਮ ਲੋਕ ਨੇ ਇੰਨੀ ਕੁੱਟ ਖਾ ਕੇ ਫਿਰ ਘਰੇ ਬਹਿ ਗਏ। ਵਿਆਹ ਤੇ 2 ਮਹੀਨੇ ਅੱਗੇ ਕੀਤਾ ਜਾ ਸਕਦਾ। ਜੇ ਅਣਖ ਹੁੰਦੀ ਨਾ ਮਨ ਵਿੱਚ, ਤੇ ਅਣਖ ਹੁੰਦੀ ਤੇ ਉਸੇ ਵੇਲੇ ਫੌਜ ਚਾੜਦੇ, ਜਾਂ ਮਰਦੇ ਜਾਂ ਮਾਰਦੇ। ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਕੇਸਰੀ ਚੰਦ ਨੂੰ ਤੇ ਹਰਾਮ ਹੈ ਸਾਰਾ ਕੁਝ ਖਾਣਾ, ਜਿਹਨੂੰ ਚਪੇੜਾਂ ਵੱਜੀਆਂ ਭਰੀ ਪੰਚਾਇਤ ਵਿੱਚ, ਭਰੇ ਦੀਵਾਨ ਵਿੱਚ। ਵਿਆਹ ਦਾ ਤੇ ਇੱਕ ਬਹਾਨਾ ਹੈ। ਮਹਾਰਾਜ ਕਹਿਣ ਲੱਗੇ ਇੱਕ ਤੇ ਅਸੀਂ ਉਹਨਾਂ ਦੀ ਮੰਗੀ ਹੋਈ ਵਸਤੂ ਨਹੀਂ ਦਿੱਤੀ, ਤੇ ਦੂਜੀ ਗੱਲ ਹੈ ਵੀ ਅਸੀਂ ਇੱਥੇ ਉਹਨਾਂ ਨੂੰ ਚਾੜਾ ਵੀ ਛਕਾਇਆ ਚੰਗੀ ਤਰ੍ਹਾਂ, ਤੇ ਹੁਣ ਇੰਨਾ ਕੁਝ ਕੀਤਾ ਜੇ ਫਿਰ ਵੀ ਨਾ ਅੱਗੋਂ ਕੁਝ ਕਰਨ, ਤੇ ਫਿਰ ਉਹਨਾਂ ਨੂੰ ਕਾਇਰ ਕਿਹਾ ਜਾ ਸਕਦਾ, ਡਰਪੋਕ ਕਿਹਾ ਜਾ ਸਕਦਾ, ਬੇਸ਼ਰਮ ਕਿਸਮ ਦੇ ਆਦਮੀ ਆਖ ਸਕਦੇ ਹਾਂ। ਇਤ ਕਲਗੀਧਰ ਕਹਿਤ ਹੈ ਰਣ ਨੰਗ ਨਿਹਾਰ। ਇਧਰੋਂ ਮਹਾਰਾਜ ਕਹਿੰਦੇ ਵੀ ਸਾਨੂੰ ਤੇ ਬੜਾ ਚਾਅ ਹੈ ਵੀ ਕਦੋਂ ਜੰਗ ਦਾ ਸਮਾਂ ਆਵੇ ਤੇ ਅਸੀਂ ਜੰਗ ਮੈਦਾਨ ਨੂੰ ਵੇਖਣਾ ਕਰੀਏ। ਸੰਗੋ ਆਦਿਕ ਪੰਜ ਵੀਰ ਸਿੱਖ ਅਪਰ ਉਦਾਰ। ਇਧਰੋਂ ਮਹਾਰਾਜ ਜੀਆਂ ਦੇ ਭਰਾ ਜਿਹੜੇ ਨੇ ਨਾ 5 ਭਰਾ, ਭੂਆ ਦੇ ਪੁੱਤਰ ਭਾਈ ਸੰਗੋ ਸ਼ਾਹ ਹੋਣੀ, ਉਹ ਵੀ ਬੜੇ ਵੱਡੇ ਸੂਰਮੇ ਹਨ। ਦੇ ਉਤਸ਼ਾਹ ਵਧਾਵ ਤੇ ਸੁਨ ਸਕਲ ਅਨੰਦ। ਸਾਰੇ ਸੂਰਮੇ ਬੜਾ ਉਤਸ਼ਾਹ ਵਧਿਆ ਹੋਇਆ, ਬੜੀ ਚੰਗੀ ਵਰਜਿਸ਼ ਕਰਦੇ, ਚੰਗੇ ਚੰਗੇ ਸ਼ਸਤਰਾਂ ਨੂੰ ਕੋਲ ਰੱਖਦੇ। ਬੜਾ ਚਾਅ ਹੈ ਵੀ ਕਦੋਂ ਜੰਗ ਦਾ ਸਮਾਂ ਨੇੜੇ ਆਵੇ। ਮਹਾਰਾਜ ਅਬ ਦੇਖੀਐ ਜਬ ਜੰਗ ਬਿਲੰਦੇ। ਤੇ ਇਹ ਕਹਿੰਦੇ ਵੀ ਨੇ, ਕਹਿਣ ਲੱਗੇ ਮਹਾਰਾਜ ਇੱਕ ਵਾਰੀ ਜੰਗ ਪੈ ਲੈਣ ਦਿਓ, ਫਿਰ ਸਾਡੀ ਬਹਾਦਰੀ ਵੇਖਿਓ ਵੀ ਅਸੀਂ ਕਿਵੇਂ ਤੁਹਾਨੂੰ ਕਰਕੇ ਵਿਖਾਉਂਦੇ ਹਾਂ। ਹੁਣ ਪਹਿਲਾਂ ਗੱਲਾਂ ਕਰੀਏ ਤੇ ਉਹ ਗੱਲ ਬਣਦੀ ਨਹੀਂ ਹੈ। ਜੰਗ ਪੈ ਲੈਣ ਦਿਓ, ਫਿਰ ਤੁਹਾਨੂੰ ਅਸੀਂ ਆਪਣੀ ਬਹਾਦਰੀ ਵਿਖਾਵਾਂਗੇ ਵੀ ਹਾਥੀਆਂ ਦੇ ਮੂੰਹ ਕਿਵੇਂ ਮੋੜਨੇ ਨੇ, ਤੇ ਇਹਨਾਂ ਪਹਾੜੀਆਂ ਨੂੰ ਭਜਾ ਕੇ ਪਹਾੜੀਆਂ ਕਿਵੇਂ ਚੜਾਉਣਾ ਹੈ। ਇਹ ਸਾਡੀ ਬਹਾਦਰੀ ਮਹਾਰਾਜ ਵੇਖਿਓ ਤੁਹਾਨੂੰ ਕਰਕੇ ਦਿਖਾਵਾਂਗੇ। ਆ ਤੁਰ ਕੂਰੋ ਕੋਹੀਆਂ ਕਪਟੀ ਰੁਕ ਚਾਲੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਇਰ ਲੋਕ, ਡਰਪੋਕ ਲੋਕ ਜਿਹੜੇ ਨੇ ਨਾ, ਇਹ ਪਹਾੜੀਏ,
ਇਹਨਾਂ ਨੇ ਭਾਈਦਿਆਂ ਨੂੰ ਰਾਹ ਨਹੀਂ ਲੱਭਣੇ ਹਨ, ਕਿਉਂਕਿ ਕਪਟੀ ਤੇ ਕੁਚਾਲੀ ਬੰਦੇ ਖੋਟੀ ਚਾਲ ਚੱਲਣ ਵਾਲੇ ਹਨ। ਕਹਾਂ ਬਾਪੁਰੋ ਮਾਰਵੋ ਲੁੱਟ ਲੇਹ ਉਤਾਲੀ। ਇਹ ਬਾਪੁਰੇ ਜਿਹੜੇ ਵਿਚਾਰੇ ਨੇ, ਸਾਨੂੰ ਇਹਨਾਂ ਨੇ ਕੀ ਮਾਰ ਲੈਣਾ। ਮਹਾਰਾਜ ਦੇ ਸੂਰਮਿਆਂ ਦੀ ਹਿੰਮਤ ਬੜੀ ਹੈ। ਮਹਾਰਾਜ ਇਹਨਾਂ ਕੈਰਾਂ ਨੇ ਸਾਨੂੰ ਕੀ ਮਾਰ ਲੈਣਾ। ਇਸੇ ਦੇ ਚਪੇੜਾ ਮਾਰ ਮਾਰ ਕੇ ਇਹਨਾਂ ਦੇ ਮੂੰਹ ਲਾਲ ਕਰ ਸੁੱਟਣੇ। ਜੰਗ ਦਾ ਸਮਾਂ ਆ ਕੇ ਪਏ ਤੇ ਸਹੀ ਇਹਨਾਂ ਦੇ ਹੱਥੋਂ ਜੇ ਨਾ ਅਸੀਂ ਹਥਿਆਰ ਖੋਹ ਕੇ ਲੈ ਆਂਦੇ ਤੇ ਤਾਂ ਸਾਨੂੰ ਆਖਿਓ ਇਹਨਾਂ ਕੈਰਾਂ ਨੇ ਸਾਡੇ ਨਾਲ ਕੀ ਜੰਗ ਕਰ ਲੈਣਾ ਹੈ। ਇਮ ਦੋਨੋਂ ਦੇ ਸ਼ਤਰੁਤਾ ਦ੍ਰਿੜ ਹੋਤ ਹਮੇਸ਼ੂ। ਇਸ ਤਰ੍ਹਾਂ ਕਹਿਣ ਲੱਗੇ ਵੀ ਦੋਨੇ ਪਾਸੇ ਤੋਂ ਸ਼ਤਰੁਤਾਈ ਦੁਸ਼ਮਣਤਾਈ ਵੱਧਦੀ ਪਈ ਹੈ। ਮਿਟਨ ਹੇਤ ਇੱਕ ਵਿਆਹ ਭਾ ਨਤ ਲੜਤ ਵਿਸ਼ੇਸ਼। ਸੋ ਕਹਿਣ ਲੱਗੇ ਗੁਰਮੁਖੋ ਇਹ ਜੰਗ ਜਿਹੜਾ ਥੋੜੇ ਦਿਨਾਂ ਵਾਸਤੇ ਅੱਗੇ ਪੈ ਗਿਆ ਨਾ, ਬਸ ਇਸੇ ਵਾਸਤੇ ਪੈ ਗਿਆ ਵੀ ਵਿੱਚ ਵਿਆਹ ਆ ਗਿਆ, ਨਹੀਂ ਤੇ ਹੋਨੂੰ ਤੇ ਕਈਆਂ ਦੇ ਸਿਰ ਕਲਮ ਹੋ ਜਾਣੇ ਸਨ। ਬਸ ਵਿਆਹ ਕਰਕੇ ਥੋੜਾ ਸਮਾਂ ਰੁਕ ਗਏ ਹਨ। ਇਤ ਉਤ ਕਰ ਤਿਆਰੀ ਰਹੇ ਸਭ ਜੰਗ ਸਮਾਜਾ। ਇੱਧਰ ਤੇ ਉੱਧਰ ਬੜੀਆਂ ਤਿਆਰੀਆਂ ਜੰਗ ਦੀਆਂ ਹੋ ਰਹੀਆਂ ਹਨ। ਸੁਬੜ ਸ਼ਸਤਰ ਉਤਸ਼ਾਹ ਮੈਂ ਬਹੁ ਬਾਜੈ ਬਾਜਾ। ਤੇ ਸੂਰਮਿਆਂ ਦੇ ਵਿੱਚ ਕਹਿਣ ਲੱਗੇ ਵੀ ਇਸ ਤਰ੍ਹਾਂ ਬੜਾ ਉਤਸ਼ਾਹ ਜੰਗ ਦਾ ਹੈ, ਅਤੇ ਕਹਿਣ ਲੱਗੇ ਵੀ ਇਹ ਬੜੇ ਜ਼ਿਆਦੇ ਜਿਹੜੇ ਵਾਜੇ ਨੇ ਉਹ ਵੱਜਦੇ ਨੇ। ਸੋ ਐਸਾ ਜਿਹੜਾ ਸੂਰਮੇ ਨੇ ਉਹ ਆਨੰਦ ਲੈ ਰਹੇ ਹਨ। ਦੋਹਰਾ ਸਗਰੋ ਸੈਲ ਪਤੀਨ ਮਹਿ ਵਿਦਿਓ ਵਿਦ ਤਿਉ ਸਕਲ ਵਰਤੰਤ। ਫਿਰ ਪੜੋ ਸਗਰੋ ਸੈਲ ਪਤੀਨ ਮਹਿ ਵਿਦ ਤਿਉ ਸਕਲ ਇਹ ਵਰਤੰਤ। ਜਿੰਨੇ ਪਹਾੜੀ ਰਾਜੇ ਨੇ ਨਾ, ਸਾਰਿਆਂ ਵਿੱਚ ਗੁਰਮੁਖੋ ਵੀ ਇਹ ਗੱਲ ਦੂਰ ਦੂਰ ਤੱਕ ਪਤਾ ਲੱਗ ਗਈ ਵੀ ਭੀਮ ਚੰਦ ਨੇ ਪੰਗਾ ਲੈ ਲਿਆ 10ਵੇਂ ਪਾਤਸ਼ਾਹ ਨਾਲ ਜੰਗ ਦਾ। ਇਹ ਪ੍ਰਸੰਗ ਇੱਕ ਥਾਂ ਤੇ ਨਹੀਂ, ਦੂਰ ਤੱਕ ਇਹ ਪ੍ਰਸੰਗ ਫੈਲ ਗਿਆ ਹੈ। ਭੀਮ ਚੰਦ ਅਰ ਗੁਰੂ ਕੋ ਬਦਿਓ ਵਿਰੋਧ ਅਤੇ ਅੰਤ। ਸਾਰੇ ਜਾਣਦੇ ਨੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਤੇ ਭੀਮ ਚੰਦ ਰਾਜੇ ਦਾ ਵੈਰ ਪੈ ਗਿਆ, ਵਿਰੋਧ ਵੱਧ ਗਿਆ। ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਜੰਗ ਲੱਗ ਜਾਣਾ ਹੈ। ਜਿੰਨੇ ਪਹਾੜੀਏ ਰਾਜੇ ਨੇ ਜਾਂ ਜਿੰਨੇ ਹੋਰ ਰਾਜੇ ਨੇ, ਸਾਰਿਆਂ ਤੱਕ ਇਹ ਖਬਰਾਂ ਪਹੁੰਚ ਗਈਆਂ ਹਨ। ਆਕਲ ਛੰਦ ਇੱਕ ਨਾਹਨ ਨਗਰ ਵਿਰਾਜਾ। ਕਹਿਣ ਲੱਗੇ ਵੀ ਇੱਕ ਨਾਹਨ ਨਾਮ ਦਾ ਨਗਰ ਹੈ। ਨਾਹਨ ਸ਼ਹਿਰ ਹੈ ਹਿਮਾਚਲ ਦੇ ਵਿੱਚ। ਕਹਿਣ ਲੱਗੇ ਉੱਥੋਂ ਦਾ ਇੱਕ ਰਾਜਾ ਹੈ। ਗਿਰ ਉੱਪਰ ਸੁੰਦਰ ਸਾਜਾ। ਇਹਨੇ ਪਹਾੜੀ ਦੇ ਉੱਪਰ ਬੜਾ ਸੋਹਣਾ ਆਪਣਾ ਸ਼ਹਿਰ ਬਣਾਇਆ। ਅੱਜ ਵੀ ਆਪਾਂ ਪੌਂਟਾ ਸਾਹਿਬ ਨੂੰ ਜਾਈਏ ਨਾ ਦਰਸ਼ਨ ਕਰਨ ਵਾਸਤੇ, ਤੇ ਰਸਤੇ ਵਿੱਚ ਉਹ ਆਉਂਦਾ ਇਲਾਕਾ, ਬੜਾ ਉੱਚਾ ਸ਼ਹਿਰ ਪਹਾੜੀ ਤੇ ਬਣਿਆ ਹੋਇਆ। ਕਹਿਣ ਲੱਗੇ ਨਾਹਨ ਉਹ ਜਿਹੜਾ ਸ਼ਹਿਰ ਹੈ, ਉੱਥੇ ਕਹਿੰਦੇ ਰਾਜਾ ਰਹਿੰਦਾ ਹੈ। ਦੁੱਤ ਅਦਭੁਤ ਜਿਸ ਕੀ ਸੋ ਹੈ। ਉਹਦੀ ਦੁੱਤ ਜਿਹੜੀ ਸ਼ੋਭਾ ਹੈ ਨਾ, ਬੜੀ ਸੋਹਣੀ ਹੈ, ਬੜੀ ਸੋਹਣੀ ਸ਼ੋਭਾ ਵਾਲਾ ਉਹ ਰਾਜਾ ਹੈ। ਅਲ ਤੁੰਗ ਮਹਿਤ ਪਰ ਜੋ ਹੈ। ਤੇ ਕਹਿਣ ਲੱਗੇ ਵੀ ਉੱਚੀ ਥਾਂ ਤੇ ਉਹ ਰਹਿੰਦਾ, ਉੱਚੀ ਪਹਾੜੀ ਤੇ ਆਪਣਾ ਕਿਲਾ ਤੇ ਸ਼ਹਿਰ ਬਣਾ ਕੇ ਬੈਠਾ ਹੋਇਆ ਹੈ। ਤਹ ਰਾਜਾ ਰਾਜ ਕਰਨ ਤਾ। ਉੱਥੇ ਕਹਿੰਦੇ ਵੀ ਇਹ ਰਾਜਾ ਜਿਹੜਾ ਨਾ ਰਾਜ ਕਰਦਾ ਹੈ। ਰਾਜ ਧਾਨੀ ਠਾਠ ਵਸੰਤਾ। ਇਹਦੀ ਰਾਜਧਾਨੀ ਨਾਹਨ ਸ਼ਹਿਰ ਹੈ ਤੇ ਬੜੇ ਠਾਠ ਬਾਠ ਦੇ ਨਾਲ ਰਾਜ ਭਾਗ ਸਾਂਭਦਾ ਹੈ। ਕਾਸ਼ ਮੇਦਨੀ ਨਾਮੋ। ਤੋ ਕਹਿਣ ਲੱਗੇ ਵੀ ਇਹਦਾ ਨਾਮ ਮੇਦਨੀ ਹੈ। ਪ੍ਰਕਾਸ਼ ਮੇਦਨੀ ਇਸ ਰਾਜੇ ਦਾ ਨਾਮ ਹੈ ਜਿਹਦਾ ਇੱਥੇ ਰਾਜ ਹੈ। ਤੈਨ ਸੁਨਿਓ ਗੁਰੂ ਅਬਿਰਾਮੋ। ਇਹਨੇ ਗੁਰੂ ਪਾਤਸ਼ਾਹ ਦਾ ਜਸ ਸੁਣਿਆ ਸੀ। ਨਾਹਨ ਦੇ ਰਾਜੇ ਨੇ ਵੀ ਮਹਾਰਾਜ 10ਵੇਂ ਪਾਤਸ਼ਾਹ ਬੜੇ ਸੂਰਮੇ ਹਨ। ਆਨੰਦ ਮਝਾਰ ਬਸੰਤੇ। ਇਹਨੂੰ ਇਹ ਵੀ ਪਤਾ ਵੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਹਨ। ਸਿੱਖ ਸੰਗਤ ਆਏ ਨਿਵੰਤੇ। ਤੇ ਸਿੱਖ ਸੰਗਤਾਂ ਇੱਥੇ ਆ ਕੇ ਮਹਾਰਾਜ ਨੂੰ ਨਮਸਕਾਰੇ ਕਰਦੀਆਂ ਹਨ। ਉਹ ਕਰੇ ਸ਼ਸਤਰ ਅਭਿਆਸ। ਇਹ ਵੀ ਜਾਣਦਾ ਵੀ ਮਹਾਰਾਜ ਸ਼ਸਤਰਾਂ ਨੂੰ ਬੜਾ ਪਿਆਰ ਕਰਦੇ ਤੇ ਬੜਾ ਅਭਿਆਸ ਕਰਦੇ ਹਨ। ਦਮ ਰੱਖਿਓ ਦੀਰਘ ਪਾਸਾ। ਇਹ ਵੀ ਇਹਨੂੰ ਪਤਾ ਵੀ ਮਹਾਰਾਜ ਨੇ ਵੱਡੀ ਫੌਜ ਆਪਣੇ ਕੋਲ ਭਰਤੀ ਕਰ ਲਈ ਹੈ। ਵੱਡ ਜੰਗ ਕਰਨ ਕੋ ਹੁਣ ਜੋਧਾ। ਰਾਜਾ ਇਹ ਵੀ ਜਾਣਦਾ ਵੀ ਮਹਾਰਾਜ ਬੜੇ ਵੱਡੇ ਸੂਰਮੇ ਨੇ। ਸਾਰੀਆਂ ਖਬਰਾਂ ਨਾਹਨ ਸ਼ਹਿਰ ਦੇ ਵਿੱਚ ਇਸ ਮੇਦਨੀ ਰਾਜੇ ਕੋਲ ਹਨ। ਨਹਿ ਗਿਨਹਿ ਅਪਰ ਜਬ ਕ੍ਰੋਧਾ। ਤੇ ਇਹ ਜਾਣਦਾ ਵੀ ਮਹਾਰਾਜ ਸਾਹਿਬ ਦੀ ਦੁਸ਼ਮਣ ਦੀ ਗਿਣਤੀ ਨੂੰ ਨਹੀਂ ਪੈਂਦੇ ਵੀ 10 ਨੇ ਕਿ 50 ਨੇ। ਮਹਾਰਾਜ ਐਡੇ ਵੀਰ ਰਸੀ ਨੇ, ਜਦੋਂ ਸਾਹਮਣੇ ਹੋ ਜਾਂਦੇ ਫਿਰ ਗਿਣਤੀ ਨੂੰ ਭੁੱਲ ਜਾਂਦੇ ਹਨ। ਉਹ ਕਰਾਮਾਤ ਮਹਿ ਪੂਰਾ। ਤੇ ਇਹ ਵੀ ਜਾਣਦਾ ਵੀ ਮਹਾਰਾਜ ਦੇ ਬੜੇ ਕਰਾਮਾਤੀ ਨੇ, ਉਹਨਾਂ ਦੀ ਕਰਾਮਾਤ ਨੂੰ ਪਛਾਣਿਆ ਨਹੀਂ ਜਾਂਦਾ ਹੈ। ਸਰ ਪਹੁੰਚਾ ਦੀਰਘ ਦੂਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਤੀਰ ਦੂਰ ਦੂਰ ਤੱਕ ਪਹੁੰਚਦੇ। ਇੰਨੀ ਧੁੰਮ ਪੈ ਗਈ ਮਹਾਰਾਜ 10ਵੇਂ ਪਾਤਸ਼ਾਹ ਦੇ ਤੀਰਾਂ ਦੀ। ਸਾਰੇ ਜਾਣਦੇ ਨੇ ਵੀ ਮਹਾਰਾਜ ਦੇ ਤੀਰ ਬੜੀ ਦੂਰ ਤੱਕ ਜਾ ਕੇ ਮਾਰ ਕਰਦੇ ਤੇ ਦੁਸ਼ਮਣ ਨੂੰ ਨਾਸ਼ ਕਰਦੇ ਹਨ। ਸੁਨ ਰਾਜਾ ਔਰ ਹਰਖਾਇਓ। ਕਹਿਣ ਲੱਗੇ ਵੀ ਰਾਜਾ ਸੁਣ ਕੇ ਬੜਾ ਖੁਸ਼ ਹੋਇਆ ਹੈ। ਹਿਤ ਦਰਸ਼ਨ ਔਰ ਬਿਰਮਾਇਓ। ਇਹਦਾ ਮਨ ਕੀਤਾ ਵੀ ਮਹਾਰਾਜ ਦੇ ਦਰਸ਼ਨ ਕਰਾਂ। ਗੁਰਮੁਖੋ ਇਹ ਜਿਹੜਾ ਨਾਹਨ ਦਾ ਰਾਜਾ ਹੈ ਨਾ, ਇਹਦੇ ਕੋਲ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀਆਂ ਦੇ ਵੱਡੇ ਪੁੱਤਰ ਧੰਨ ਬਾਬਾ ਰਾਮ ਰਾਏ ਸਾਹਿਬ ਜੀ ਜਿਹੜੇ ਸਨ ਉਹ ਰਹੇ ਨੇ ਦੇਹਰਾਦੂਨ ਦੀ ਧਰਤੀ ਤੇ।
ਬਾਬਾ ਰਾਮ ਰਾਏ ਜੀਆਂ ਦਾ ਕਾਫੀ ਸਮਾਂ ਨਿਵਾਸ ਰਿਹਾ ਤੇ ਇਹ ਬਾਬਾ ਰਾਮ ਰਾਏ ਜੀਆਂ ਦੀ ਸੇਵਾ ਕਰਦਾ ਰਿਹਾ। ਇਸ ਕਰਕੇ ਗੁਰੂ ਘਰ ਬਾਰੇ ਇਹ ਜਾਣਦਾ ਹੈ, ਨਾਹਣ ਦਾ ਰਾਜਾ, ਤੇ ਇਹਦੇ ਮਨ ਵਿੱਚ ਵਿਚਾਰ ਬਣੀ ਵੀ ਮੈਨੂੰ ਦਰਸ਼ਨ ਕਰਨੇ ਚਾਹੀਦੇ ਐਸੇ ਗੁਰੂ ਦੇ ਜੋ ਇੰਨਾ ਬਹਾਦਰ ਹੈ। ਬਾਬਾ ਰਾਮ ਰਾਏ ਜੀ ਇੱਥੇ ਰਹਿੰਦੇ ਰਹੇ ਦੇਹਰਾਦੂਨ ਦੇ ਇਲਾਕੇ ਵਿੱਚ, ਇੱਥੋਂ ਤੱਕ ਇਹਦਾ ਰਾਜ ਭਾਗ ਹੈ ਤੇ ਸੇਵਾ ਕਰਦਾ ਰਿਹਾ। ਇਸ ਕਰਕੇ ਇਹ ਜਾਣਦਾ ਹੈ ਗੁਰੂ ਘਰ ਨੂੰ, ਤੇ ਉਸ ਵੇਲੇ ਇਹਦਾ ਮਨ ਕੀਤਾ ਵੀ ਮੈਂ ਮਹਾਰਾਜ ਸਾਹਿਬ ਜੀਆਂ ਦੇ ਦਰਸ਼ਨ ਕਰਾਂ ਜੋ ਐਸੇ ਮਹਾਰਾਜ ਬਹਾਦਰ ਹਨ। ਐਸੀ ਮਨਸ਼ਾ ਨੇ ਮਨ ਵਿੱਚ ਬਣਾਈ ਹੈ। ਗੁਰ ਸੰਗ ਜੇ ਹੋਵੇ ਮੇਲਾ, ਤੇ ਮਨ ਵਿੱਚ ਸੋਚਦਾ ਵੀ ਜੇ ਮੇਰਾ ਗੁਰੂ ਨਾਲ ਕਿਤੇ ਮੇਲ ਹੋ ਜਾਵੇ, ਮਿਲਾਪ ਹੋ ਜਾਵੇ ਤੇ ਸਭ ਕਾਰਜ ਬਨੈ ਸੁਹੇਲਾ, ਤੇ ਮੇਰੇ ਸਾਰੇ ਕਾਰਜ ਸਫਲੇ ਹੋ ਜਾਣਗੇ, ਸੁਖੀ ਹੋ ਜਾਣਗੇ। ਨਿਜ ਮੰਤਰਨ ਸੰਗ ਵਿਚਾਰਾ, ਹੁਣ ਆਪਣੇ ਮੰਤਰੀਆਂ ਨੂੰ ਸੱਦ ਲਿਆ, ਮੀਟਿੰਗ ਸੱਦ ਲਈ। ਉਸੇ ਵੇਲੇ ਨਾਹਣ ਦੇ ਰਾਜੇ ਨੇ ਆਪਣੇ ਮੰਤਰੀਆਂ ਨਾਲ ਸਲਾਹ ਕਰਦਾ ਹੈ। ਗੁਰ ਪੂਰਨ ਹਰ ਅਵਤਾਰਾ, ਕਹਿਣ ਲੱਗਾ ਮੰਤਰੀਓ ਵੀ ਸਤਿਗੁਰੂ ਪਾਤਸ਼ਾਹ ਪੂਰਨ ਅਵਤਾਰ ਹਨ, ਪਰਮੇਸ਼ਰ ਦਾ ਮੈਂ ਉਹਨਾਂ ਨੂੰ ਰੂਪ ਜਾਣਦਾ ਹਾਂ। ਹੋਏ ਥਿਰ ਸ਼੍ਰੀ ਨਾਨਕ ਗਾਦੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਦੇ ਉੱਪਰ ਮਹਾਰਾਜ ਇਸ ਵੇਲੇ ਬਿਰਾਜੇ ਹੋਏ ਹਨ। ਉਰੇ ਆਨੰਦ ਕੀਨ ਆਬਾਦੀ, ਤੇ ਸਤਿਗੁਰੂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਵਸਾਇਆ ਹੈ। ਇਹ ਰਾਜਾ ਆਪਣੇ ਮੰਤਰੀਆਂ ਨਾਲ ਸਲਾਹ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਦੇ ਉੱਪਰ ਇਸ ਵੇਲੇ 10ਵੀਂ ਥਾਂ ਤੇ ਬੈਠ ਕੇ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਰਹਿੰਦੇ ਹਨ। ਨਿਕਟ ਨਿਰਪਤ ਕਹਿਲੂਰੀ, ਤੇ ਇਸ ਆਨੰਦਪੁਰ ਸਾਹਿਬ ਦੇ ਨੇੜੇ ਕਹਿਲੂਰੀਆ ਰਾਜਾ ਜਿਹੜਾ ਹੈ ਨਾ ਭੀਮ ਚੰਦ ਦੁਸ਼ਟ, ਉਹ ਵੀ ਰਹਿੰਦਾ। ਇਸ ਰਾਜੇ ਨੂੰ ਇਸ ਬਾਰੇ ਵੀ ਖਬਰ ਹੈ। ਮੈਂ ਜਾਣੀ ਮੈਂ ਮਾਰੂਰੀ, ਇਸ ਰਾਜੇ ਨੇ ਮਹਾਰਾਜ ਦੀ ਮਹਿਮਾ ਨਹੀਂ ਜਾਣੀ। ਰਾਜਾ ਜਾਣਦਾ, ਇਹ ਜਿਹੜਾ ਨਾਹਣ ਦਾ ਰਾਜਾ ਹੈ ਨਾ, ਇਹ ਜਾਣਦਾ ਹੈ ਮੇਦਨੀ, ਪ੍ਰਕਾਸ਼ ਮੇਦਨੀ ਇਹਦਾ ਨਾਮ ਹੈ, ਤੇ ਜਾਣਦਾ 10ਵੇਂ ਪਾਤਸ਼ਾਹ ਦੀ ਮਹਿਮਾ ਨੂੰ। ਆਪਣੇ ਮੰਤਰੀਆਂ ਨਾਲ ਸਲਾਹ ਕਰਦਾ, ਮੰਤਰੀਓ ਭੀਮ ਚੰਦ ਰਾਜਾ 10ਵੇਂ ਪਾਤਸ਼ਾਹ ਦੀ ਮਹਿਮਾ ਨਹੀਂ ਜਾਣ ਸਕਿਆ। ਜੇ ਮਹਿਮਾ ਜਾਣਦਾ ਤੇ ਕਦੇ ਵੈਰ ਨਾ ਉਹਨਾਂ ਦੇ ਨਾਲ ਪਾਉਣਾ ਕਰਦਾ। ਵੱਧ ਗਇਓ ਵਿਰੋਧ ਵਧੇਰਾ, ਇਸ ਕਰਕੇ ਉਹਨਾਂ ਵਿੱਚ ਬਹੁਤ ਜ਼ਿਆਦਾ ਵਿਰੋਧ ਪੈ ਗਿਆ ਹੈ। ਕੋਈ ਜੰਗ ਅਪਾਰ ਕਿਸ ਤੇ ਬੇਰਾ, ਮੈਨੂੰ ਪਤਾ ਲੱਗ ਗਿਆ ਵੀ ਅੱਜ ਨਹੀਂ ਤੇ ਕੱਲ ਕਿਸੇ ਵੇਲੇ ਵੀ ਜੰਗ ਹੋ ਸਕਦਾ ਹੈ, ਤੇ ਜੰਗ ਦੇ ਵਿੱਚ ਆਮਣਾ ਸਾਹਮਣਾ ਫੌਜਾਂ ਦਾ ਹੋ ਜਾਣਾ ਤਿੰਨ ਹੈ। ਸੰਗ ਬੇਨਤੀ ਲਿਖੀਏ, ਇਸ ਕਰਕੇ ਗੁਰੂ ਨੂੰ ਬੇਨਤੀ ਆਪਾਂ ਕਰੀਏ। ਭੀਮ ਚੰਦ ਨੂੰ ਤੇ ਕੀ ਕਹਿਣਾ, ਗੁਰੂ ਨੂੰ ਬੇਨਤੀ ਕਰਨਾ ਕਰੀਏ। ਪ੍ਰਭੂ ਦੇਸ਼ ਆਨ ਇਹ ਕੀ ਪਿਖੀ, ਲਿਖੀਏ, ਮਹਾਰਾਜ ਸਾਡੇ ਦੇਸ਼ ਆਓ, ਮੈਂ ਬੈਠਾ ਤੁਹਾਡੀ ਸੇਵਾ ਵਾਸਤੇ। ਇਹ ਜਿਹੜਾ ਮੇਦਨੀ ਪ੍ਰਕਾਸ਼ ਰਾਜਾ ਹੈ ਨਾ, ਚਿੱਠੀ ਲਿਖਣ ਲੱਗਾ, ਮਹਾਰਾਜ ਇਹ ਮੇਰਾ ਦੇਸ਼ ਵੀ ਤੇ ਤੁਹਾਡਾ ਹੀ ਹੈ ਨਾ, ਇੱਥੇ ਆਓ ਮੇਰੇ ਕੋਲ, ਫਿਰ ਆਪਾਂ ਵੇਖਾਂਗੇ ਵੀ ਕਿਹੜਾ ਭੀਮ ਚੰਦ ਤੇ ਕੌਣ ਕੀ ਕਰਦਾ। ਮਹਾਰਾਜ ਆਓ ਮੇਰੇ ਦੇਸ਼ ਵਿੱਚ ਚਰਨ ਪਾਓ, ਆ ਕੇ ਮੇਰੇ ਦੇਸ਼ ਦੀ ਸੈਰ ਕਰੋ। ਤੇ ਗੁਰਮੁਖੋ ਨਾਹਣ ਸ਼ਹਿਰ ਦੇ ਵਿੱਚ 10ਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੈ। ਧੰਨ ਕਲਗੀਧਰ ਮਹਾਰਾਜ ਗਏ ਉੱਥੇ ਉਹਨੂੰ ਦਰਸ਼ਨ ਦੇਣ ਵਾਸਤੇ। ਜਦੋਂ ਪੌਂਟਾ ਸਾਹਿਬ ਦੇ ਦਰਸ਼ਨ ਕਰਨ ਜਾਓ, ਰਸਤੇ ਵਿੱਚ ਨਾਹਣ ਸ਼ਹਿਰ ਤੇ 10ਵੇਂ ਪਾਤਸ਼ਾਹ ਦੇ ਸਥਾਨ ਦੇ ਦਰਸ਼ਨ ਕਰਨੇ, ਜਿੱਥੇ ਮਹਾਰਾਜ ਜਾ ਕੇ ਬਿਰਾਜੇ ਸਨ। ਕਿਵੇਂ ਬਿਰਾਜੇ ਸਨ, ਇਤਿਹਾਸ ਆਪਾਂ ਅੱਗੇ ਜਾ ਕੇ ਸਰਵਣ ਕਰਾਂਗੇ। ਇੱਥੇ ਕੇਵਲ ਇਸ਼ਾਰਾ ਮਾਤਰ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਚਿੱਠੀ ਲਿਖਦਾ ਪਿਆ, ਮਹਾਰਾਜ ਮੇਰੇ ਦੇਸ਼ ਵਿੱਚ ਆਓ, ਮੇਰੇ ਦੇਸ਼ ਦੀ ਆ ਕੇ ਸੈਰ ਕਰਨਾ ਕਰੋ। ਬੜ ਸ਼ਾਰ ਮੋਰ ਕੋ ਸੈਲੰ, ਮਹਾਰਾਜ ਇਹ ਸ਼ਾਰਮੌਰ ਦੂਣ ਦਾ ਨਾਮ ਹੈ। ਸਿਰਮੌਰ ਜਿਸ ਨੂੰ ਆਖਿਆ ਜਾਂਦਾ, ਸਿਰਮੌਰ ਦੂਣ, ਇੱਥੇ ਆ ਕੇ ਮਹਾਰਾਜ ਸੈਰ ਕਰੋ। ਤੇ ਪੌਂਟਾ ਸਾਹਿਬ ਵੀ ਸਿਰਮੌਰ ਦੂਣ ਵਿੱਚ ਹੀ ਪੈਂਦਾ ਹੈ। ਸਿਰਮੌਰ ਰਾਜੇ ਦੇ ਇਲਾਕੇ ਵਿੱਚ ਪੈਂਦਾ ਪੌਂਟਾ ਸਾਹਿਬ। ਇਹਨੇ ਬੇਨਤੀ ਕੀਤੀ, ਮਹਾਰਾਜ ਤਾਂ ਹੀ ਪੌਂਟਾ ਸਾਹਿਬ ਜਾਣਗੇ ਨਾ, ਤਾਂ ਹੀ ਜਾ ਕੇ ਉੱਥੇ ਭੰਗਾਣੀ ਦਾ ਪਹਿਲਾ ਜੰਗ ਮਹਾਰਾਜ ਕਰਨਗੇ ਤੇ ਸ਼ੇਰ ਦਾ ਸ਼ਿਕਾਰ ਕਰਨਗੇ। ਇਹ ਸਾਰੀ ਵਿਧੀ ਤਾਂ ਹੀ ਬੰਨੀ ਹੈ। ਕਹਿਣ ਲੱਗਾ, ਮਹਾਰਾਜ ਵੀ ਇਹ ਜਿਹੜਾ ਸਿਰਮੌਰ ਦਾ ਰਾਜ ਹੈ ਨਾ, ਇਹ ਮੇਰੇ ਕੋਲ ਹੀ ਹੈ, ਮੈਂ ਇੱਥੋਂ ਦਾ ਰਾਜਾ, ਤੇ ਆਓ ਮੇਰੇ ਦੇਸ਼ ਦੇ ਵਿੱਚ ਮਹਾਰਾਜ ਚਰਨ ਪਾਉਣਾ ਕਰੋ। ਕੀਜੈ ਸਭ ਥਲ ਸੈਲੰ, ਮਹਾਰਾਜ ਆਪਣਾ ਰਾਜ ਹੈ, ਜਿੱਥੇ ਮਰਜ਼ੀ ਦਿਨੇ ਰਾਤ ਆਪ ਜੀ ਘੁੰਮੋ ਫਿਰੋ, ਸੈਰ ਕਰੋ, ਕੋਈ ਕੁਝ ਨਹੀਂ ਕਰ ਸਕਦਾ ਹੈ। ਸ਼ੁਭ ਜਮਨਾ ਨਿਰਮਲ ਨੀਰੰ, ਮਹਾਰਾਜ ਮੇਰੇ ਰਾਜ ਵਿੱਚ ਜਮਨਾ ਵਗਦੀ ਪਈ ਹੈ, ਤੇ ਜਮਨਾ ਦਾ ਪਾਣੀ ਬੜਾ ਨਿਰਮਲ ਜੇ ਇੱਥੇ ਆ ਕੇ। ਹੁਣ ਮਹਾਰਾਜ ਨੂੰ ਨਾ ਇਹ ਜਿਹੜੇ ਇਲਾਕੇ ਸਨ ਬੜੇ ਪਸੰਦ ਸਨ। ਧੰਨ 10ਵੇਂ ਪਾਤਸ਼ਾਹ ਦੇ ਬਹੁਤੇ ਸਥਾਨ ਜਿਹੜੇ ਸਰੋਵਰਾਂ ਦੇ ਕਿਨਾਰੇ, ਨਦੀਆਂ ਦੇ ਕਿਨਾਰੇ ਨੇ। ਹੇਮਕੁੰਟ ਸਾਹਿਬ ਦੀ ਗੱਲ ਕਰੀਏ, ਆਨੰਦਪੁਰ ਸਾਹਿਬ ਦੀ ਗੱਲ ਕਰੀਏ, ਬਿਪੌਰ ਸਾਹਿਬ ਦੀ ਗੱਲ ਕਰ ਲਈਏ, ਜਿੰਨੇ ਵੀ ਸਥਾਨ ਮਹਾਰਾਜ ਸਾਹਿਬ ਜੀਆਂ ਦੇ ਬਣੇ, ਹਜ਼ੂਰ ਸਾਹਿਬ ਦੀ ਗੱਲ ਕਰੀਏ, ਸਾਰਿਆਂ ਦੇ ਨੇੜੇ ਕਿਤੇ ਕੋਈ ਨਦੀ ਲੰਘਦੀ ਪਈ ਹੈ, ਕਿਤੇ ਕੋਈ ਸਰੋਵਰ ਬਣਿਆ ਹੋਇਆ। ਇਹੋ ਜਿਹੀਆਂ ਰਮਣੀਕ ਜਗ੍ਹਾ ਮਹਾਰਾਜ ਨੂੰ ਬੜੀਆਂ ਚੰਗੀਆਂ ਲੱਗਦੀਆਂ। ਇਹ ਲਿਖਦਾ ਪਿਆ, ਮਹਾਰਾਜ ਜਮਨਾ ਲੰਘਦੀ ਪਈ ਹੈ ਮੇਰੇ ਰਾਜ ਦੇ ਵਿੱਚੋਂ, ਤੇ ਆਓ ਆਪ ਜੀ ਆ ਕੇ ਚਰਨਾ ਪਾਉਣਾ ਕਰੋ। ਨਿਤ ਚਲੇ ਬੇਗ ਤੇ ਸੀਰੰ, ਤੇ ਸਤਿਗੁਰੂ ਪਾਤਸ਼ਾਹ ਜੀ ਠੰਡਾ ਪਾਣੀ ਤੇ ਬੜਾ ਨਿਰਮਲ, ਬੜੀ ਰਫਤਾਰ ਦੇ ਨਾਲ ਚੱਲਦਾ, ਆ ਕੇ ਵੇਖਣਾ ਕਰੋ ਜੀ। ਮਨ ਪੂਰਨ ਮਿਰਗਨ ਮਹਾਨਾ, ਤੇ ਮਹਾਰਾਜ ਮੇਰੇ ਜੰਗਲ ਵਿੱਚ ਬੜੇ ਹਿਰਨ ਨੇ,
ਬੜੇ ਇੱਥੇ ਸੂਰ ਤੇ ਚੀਤੇ ਨੇ, ਜਿੰਨੇ ਮਰਜ਼ੀ ਸ਼ਿਕਾਰ ਕਰੋ, ਜਿੰਨੇ ਮਰਜ਼ੀ ਤੀਰ ਚਲਾਓ, ਕੋਈ ਤੁਹਾਨੂੰ ਰੋਕ ਨਹੀਂ ਸਕਦਾ ਨਿਤ ਹੈ। ਕਰੋ ਅਖੀਰ ਜੀ ਨਾਨਾ। ਤੇ ਮਹਾਰਾਜ ਜਿੰਨੇ ਮਰਜ਼ੀ ਇੱਥੇ ਸ਼ਿਕਾਰ ਖੇਡੋ, ਆ ਕੇ ਮੇਰੇ ਰਾਜ ਵਿੱਚ ਆਪ ਜੀ ਪਧਾਰਨਾ ਕਰੋ। ਅਸ ਮਸਲਤ ਕਰਬੋ ਭਾਂਤੀ। ਇਹ ਸਾਰੀ ਸਲਾਹ ਕੀਤੀ ਮੰਤਰੀਆਂ ਦੇ ਨਾਲ ਵੀ ਮੈਂ ਇਹ ਕਰਨਾ ਚਾਹੁੰਦਾ, ਮਹਾਰਾਜ ਨੂੰ ਸੱਦਣਾ ਚਾਹੁੰਦਾ ਆਪਣੇ ਰਾਜ ਵਿੱਚ। ਤੇ ਸਲਾਹ ਕਰਨ ਦਾ ਕਾਰਨ ਇਹ ਆ ਵੀ ਜੇ ਮੇਰੇ ਰਾਜ ਵਿੱਚ ਆ ਗਏ ਤੇ ਜੰਗ ਵੀ ਤੇ ਹੋ ਸਕਦਾ ਨਾ, ਤੇ ਜੰਗ ਆਪਣੇ ਵਾਸਤੇ ਦੁਖਦਾਈ ਹੈ ਕਿ ਸੁਖਦਾਈ ਹੈ, ਜਾਂ ਆਪਾਂ ਨੂੰ ਮਹਾਰਾਜ ਨੂੰ ਸੱਦਣਾ ਚਾਹੀਦਾ ਕਿ ਨਹੀਂ ਸੱਦਣਾ ਚਾਹੀਦਾ, ਇਹ ਸਲਾਹ ਕਰਦਾ ਪਿਆ ਵੀ ਇਹ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ। ਕੀਨ ਲਿਖਾਵਨ ਪਾਤੀ। ਤੇ ਕਹਿਣ ਲੱਗੇ, ਮੰਤਰੀਆਂ ਨੇ ਆਖਿਆ ਵੀ ਜਦੋਂ ਤੂੰ ਗੁਰੂ ਘਰ ਦਾ ਸ਼ਰਧਾਲੂ ਆ ਤੇ ਫਿਰ ਤੈਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ, ਭੀਮ ਚਾਹ ਜੋ ਮਰਜ਼ੀ ਕਰੀ ਜਾਵੇ। ਜੇ ਤੂੰ ਸੱਦਣਾ ਹੀ ਚਾਹਣਾ, ਸੇਵਾ ਕਰਨੀ ਚਾਹਣਾ, ਤੇ ਫਿਰ ਮਹਾਰਾਜ ਨੂੰ ਸੱਦ ਲਓ। ਫਿਰ ਇਸਨੇ ਚਿੱਠੀ ਲਿਖੀ ਹੈ, ਨਰ ਤਿਆਰ ਕਰਿਓ ਪ੍ਰਧਾਨਾ। ਤੇ ਇਸਨੇ ਪ੍ਰਧਾਨ ਬੰਦੇ, ਵਿਸ਼ੇਸ਼ ਮੰਤਰੀ ਜਿਹੜੇ ਖਾਸ ਸਨ, ਉਹ ਤਿਆਰ ਕੀਤੇ ਚਿੱਠੀ ਲੈ ਕੇ ਜਾਣ ਵਾਸਤੇ। ਸਭ ਆਛਾ ਜਾਣ ਪਿਆ ਨਾ। ਤੇ ਸਾਰੇ ਆਛਾ ਉਹਨੂੰ ਦੱਸਿਆ ਵੀ ਮਹਾਰਾਜ ਨੂੰ ਚਿੱਠੀ ਦੇ ਜੋ ਲਿਖਿਆ ਇਹ ਤੇ ਦੱਸਣਾ ਹੀ ਹੈ, ਬਾਕੀ ਕੋਈ ਜ਼ੁਬਾਨੀ ਗੱਲਾਂ ਦੱਸੀਆਂ ਵੀ ਆਹ ਵੀ ਕਹਿ ਦੇ, ਆਹ ਵੀ ਕਹਿ ਦੇ, ਉਹ ਸਾਰੀਆਂ ਗੱਲਾਂ ਸੁਣ ਕੇ ਤੇ ਚੱਲ ਪਿਆ ਹੈ। ਕਰ ਮਜ਼ਲ ਵਿਸਾਲ ਤੇ ਉਤਾਲਾ। ਚਲਦਿਆਂ ਰਸਤਾ ਸਫ਼ਰ ਤੈਅ ਕਰਦਿਆਂ ਤੇ ਪਹੁੰਚ ਗਿਆ ਸਤਿਗੁਰਾਂ ਦੇ ਕੋਲ। ਸਭ ਲੰਘਿਓ ਮਾਰਗ ਜਾਲਾ। ਤੇ ਸਾਰਾ ਰਸਤਾ ਲੰਘ ਕੇ ਨਾ ਸਾਰੇ ਥਾਂ ਨੂੰ ਪਾਰ ਕਰਕੇ ਜਿਹੜਾ ਆਉਂਦਾ ਪਿਆ, ਇਹਦਾ ਪ੍ਰਧਾਨ ਕੋਈ ਵਜ਼ੀਰ ਹੈ। ਹੁਣ ਪਹੁੰਚਿਓ ਆਨੰਦਪੁਰ ਮੈਂ। ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਇਹ ਵਜ਼ੀਰ ਪਹੁੰਚ ਗਿਆ ਹੈ। ਇੱਕ ਰਵਣਕ ਆਨੰਦਪੁਰ ਤੇ ਮੈਂ। ਸੋਹਣੀ ਜੀ ਜਗ੍ਹਾ ਵੇਖ ਕੇ ਤੇ ਵੇਖਦਾ ਵੀ ਬੜੀ ਰੌਣਕ ਹੈ ਅਨੰਦਪੁਰ ਸਾਹਿਬ ਦੇ ਵਿੱਚ, ਬੜਾ ਸੋਹਣਾ ਮਹਾਰਾਜ ਨੇ ਰਮਣੀਕ ਜਗ੍ਹਾ, ਇੱਕ ਪਾਸੇ ਉੱਚੀਆਂ ਪਹਾੜੀਆਂ, ਇੱਕ ਪਾਸੇ ਸਤਲੁਜ ਦਰਿਆ ਵਗਦਾ ਪਿਆ, ਹਰਿਆਲੀ ਵਾਲੀ ਜਗ੍ਹਾ, ਤੇ ਉਹਦੇ ਵਿੱਚ ਅਨੰਦਪੁਰ ਸਾਹਿਬ ਵਸਿਆ। ਇਹ ਜਿਹੜਾ ਪ੍ਰਧਾਨ ਆਇਆ ਮੰਤਰੀ ਚੱਲ ਕੇ, ਤੇ ਇਹਨੇ ਵੇਖਿਆ ਵੀ ਬੜੀ ਰਮਣੀਕ, ਬੜੀ ਸੋਹਣੀ ਜਗ੍ਹਾ ਤੇ ਮਹਾਰਾਜ ਨੇ ਸਥਾਨ ਬਣਾਇਆ ਹੈ। ਤੇ ਦੂਜੀ ਗੱਲ ਇਹ ਆ ਵੀ ਇਕੱਲਾ ਸਥਾਨ ਹੀ ਨਹੀਂ ਬਣਾਇਆ, ਰੌਣਕਾਂ ਵੀ ਬੜੀਆਂ ਨੇ, ਕਿੰਨੀਆਂ ਸੰਗਤਾਂ ਆ ਰਹੀਆਂ, ਕਿੰਨੀਆਂ ਜਾ ਰਹੀਆਂ, ਸਾਰੀ ਰੌਣਕ ਇਸਨੇ ਵੇਖੀ ਹੈ। ਡੇਰਾ ਸੁਧ ਪਹੁੰਚਾਈ। ਇਸਨੇ ਡੇਰਾ ਕਰ ਲਿਆ ਆਪਣਾ ਟਿਕਾਣਾ ਰਾਤ ਰਹਿਣ ਵਾਸਤੇ, ਤੇ ਖਬਰ ਭੇਜ ਦਿੱਤੀ ਮਹਾਰਾਜ ਦੇ ਕੋਲ ਵੀ ਪਾਤਸ਼ਾਹ ਮੈਂ ਮਿਲਣ ਵਾਸਤੇ ਆਇਆ ਹਾਂ। ਸੁਨ ਨੰਦ ਚੰਦ ਅਗਵਾਈ। ਤੇ ਕਹਿਣ ਲੱਗੇ ਉਹ ਜਿਹੜੀ ਖਬਰ ਸੀ ਨਾ, ਮਹਾਰਾਜ ਦੇ ਗੁਰੂ ਘਰ ਦਾ ਜਿਹੜਾ ਦੀਵਾਨ ਹੈ ਨੰਦ ਚੰਦ, ਸਾਰਾ ਕੰਮਕਾਰ ਇਹ ਵੇਖਦਾ ਪਿਆ ਨਾ ਗੁਰੂ ਘਰ ਦਾ, ਇਹਨੂੰ ਖਬਰ ਮਿਲ ਗਈ ਵੀ ਇਹ ਰਾਜੇ ਦਾ ਵਜ਼ੀਰ ਆਇਆ ਹੈ। ਸਭ ਕਲਗੀ ਧਰ ਸੋਂ ਭਾਖੀ। ਹੁਣ ਇਸਨੇ ਜਾ ਕੇ ਨੰਦ ਚੰਦ ਨੇ 10ਵੇਂ ਪਾਤਸ਼ਾਹ ਨੂੰ ਦੱਸਿਆ ਵੀ ਮਹਾਰਾਜ ਨਾਹਨ ਦਾ ਜੋ ਰਾਜਾ ਹੈ, ਸ਼ਰਬੌਰ ਰਿਆਸਤ ਦਾ, ਵੀ ਉਹਦਾ ਵਜ਼ੀਰ ਚੱਲ ਕੇ ਮਿਲਣ ਵਾਸਤੇ ਆਇਆ ਹੈ। ਨਾਹਨ ਕੋ ਅਭਿਲਾਖੀ। ਤੇ ਮਹਾਰਾਜ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼, ਉਹ ਤੁਹਾਡੇ ਦਰਸ਼ਨਾਂ ਦੀ ਇੱਛਾ ਰੱਖਦਾ ਹੈ। ਤਿੰਨ ਪਠਿਓ ਵਕੀਲ ਸੋ ਆਇਓ। ਉਹਨੇ ਆਪਣਾ ਇੱਕ ਵਕੀਲ ਭੇਜਿਆ, ਸਰਕਾਰੀ ਨੁਮਾਇੰਦਾ ਭੇਜਿਆ, ਇੱਕ ਵਜ਼ੀਰ ਭੇਜਿਆ ਪਾਤਸ਼ਾਹ ਜੀਓ। ਤਬ ਸ਼੍ਰੀ ਮੁਖ ਬਚ ਫੁਰਮਾਇਓ। ਤੇ ਸਤਿਗੁਰੂ ਹੁਣ ਤੁਸੀਂ ਦੱਸੋ ਵੀ ਕੀ ਕਰੀਏ, ਵਜ਼ੀਰ ਨੂੰ ਮਿਲਣਾ ਕਿ ਖਾਲੀ ਹੱਥੀਂ ਮੋੜੀਏ, ਕਿ ਉਹਦੀ ਗੱਲਬਾਤ ਸੁਣਨੀ ਹੈ, ਆਪ ਜੀ ਦੱਸਣਾ ਕਰੋ। ਚਾਹੇ ਆਪ ਨੂੰ ਬਾਕ ਸੁਣਾਇਓ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣਾ ਬਾਕ ਦੱਸੋ, ਬਚਨ ਦੱਸੋ ਵੀ ਆਪਾਂ ਕੀ ਕਰਨਾ ਹੈ। ਗਰ ਰਸਤ ਦਿਓ ਪਹੁੰਚਾਇਓ। ਤੇ ਸਤਿਗੁਰੂ ਪਾਤਸ਼ਾਹ ਕੀ ਕਰੀਏ। ਧੰਨ 10ਵੇਂ ਪਾਤਸ਼ਾਹ ਨੂੰ ਭਾਈ ਨੰਦ ਚੰਦ ਨੇ ਦੱਸਿਆ ਵੀ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼, ਉਹਦਾ ਵਜ਼ੀਰ ਚੱਲ ਕੇ ਆਇਆ। ਮਹਾਰਾਜ ਮਿਲਣਾ ਹੈ ਜਾਂ ਮਿਲਣ ਤੋਂ ਬਿਨਾਂ ਮੋੜੀਏ? ਜੇ ਮਿਲਣਾ ਹੈ ਤੇ ਕਦੋਂ ਮਿਲਣਾ, ਜਾਂ ਉਹਨੂੰ ਕੀ ਕਹਿਣਾ ਆਪ ਜੀ ਦੱਸੋ। ਧੰਨ 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੋਂ ਕੀ ਜਵਾਬ ਦਿੰਦੇ, ਕਿਵੇਂ ਇਹਦੇ ਨਾਲ ਮਿਲਦੇ, ਕਿਹੜੇ ਬਚਨ ਬਿਲਾਸ ਕਰਦੇ। ਤੇ ਭੰਗਾਣੀ ਦਾ ਜੰਗ ਮਹਾਰਾਜ ਲੜਦੇ ਕਿਵੇਂ, ਤੇ ਸ਼ੇਰ ਦਾ ਕਿਵੇਂ ਸ਼ਿਕਾਰ ਕਰਦੇ, ਅਗਲੇ ਇਤਿਹਾਸ ਵਿੱਚ ਬਚਨ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਲੇਖਾ ਕਥਾ ਨਾ ਛੁੱਟੀਐ। ਲਖੈ ਨ ਭੁੱਲਣ ਹਾਰ। ਬਖਸ਼ਨਹਾਰ ਬਖਸ਼ ਲੈ। ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਹਿਬ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਦਾ ਪ੍ਰਕਾਸ਼ ਦਿਹਾੜਾ